जीवन बरतांत श्री गुरु रामदास साहिब जी। लेखक प्रोफैसर साहिब सिंह। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। हिंदू घरां विच जेठा पुत्तर उस पुत्तर नूं आखदे हन जो टब्बर विच सब तो पहलां जम्मिया होवे, जो पलेठी दा पुत्तर होवे। इन्हां दा नां तां मापिਆਂ ने रामदास रखिया सी, पर पलेठी दा पुत्तर होण करके मापे ਅਤੇ ਹੋਰ ਆਂਢ ਗੁਆਂਢ ਦੇ ਸਾਕ ਸ਼ਰੀਕ ਇਹਨਾਂ ਨੂੰ ਜੇਠਾ ਜੇਠਾ ਕਰਕੇ ਬੁਲਾਉਂਦੇ ਸਨ। ਇਸ ਤਰ੍ਹਾਂ ਇਹਨਾਂ ਦਾ ਨਾਂ ਜੇਠਾ ਪੈ ਗਿਆ। ਜਨਮ ਅਸਥਾਨ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੇ ਬਾਜ਼ਾਰ ਚੂਨਾ ਮੰਡੀ ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਹਰਦਾਸ ਸੋਢੀ ਕੁਲ ਦੇ ਖੱਤਰੀ ਸਨ। ਹੱਟੀ ਪੱਟੀ ਦਾ ਸਧਾਰਨ ਜਿਹਾ ਹੀ ਇਹਨਾਂ ਦਾ ਗੁਜ਼ਾਰਾ ਸੀ। ਜਨਮ ਤਾਰੀਖ 25 ਅੱਸੂ ਸੰਮਤ 1591 ਨੂੰ ਇਹਨਾਂ ਦਾ ਜਨਮ ਹੋਇਆ ਸੀ। ਚੰਦਰਮਾ ਦੇ ਹਿਸਾਬ ਥਿਤ ਕੱਤਕ ਵਧੀ 2 ਸੀ, ਭਾਵ ਪੂਰਨਮਾਸ਼ੀ ਤੋਂ ਦੂਜਾ ਦਿਨ। ਈਸਵੀ ਸਨ 1534 ਅਤੇ ਸਤੰਬਰ ਦੀ 14 ਤਰੀਕ ਸੀ। ਇੱਥੇ ਇਹ ਵੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ 65 ਸਾਲਾਂ ਦੇ ਹੋ ਚੁੱਕੇ ਸਨ। ਗੁਰੂ ਅਮਰਦਾਸ ਜੀ 55 ਸਾਲ ਦੀ ਉਮਰ ਦੇ ਸਨ। ਬਾਬਾ ਲਹਿਣਾ ਜੀ ਉਸ ਵੇਲੇ 30 ਸਾਲਾਂ ਦੇ ਸਨ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਪਾਸ ਆਪਣਿਆਂ 2 ਸਾਲ ਹੋ ਚੁੱਕੇ ਸਨ। ਇਉਂ ਆਖ ਲਓ ਕਿ ਉਸ ਵੇਲੇ ਚਾਰੇ ਇਹ ਸ਼ਖਸੀਅਤਾਂ ਸਰੀਰਕ ਜਾਮੇ ਵਿੱਚ ਮੌਜੂਦ ਸਨ। ਆਪੋ ਵਿੱਚ ਥੋੜੀ ਥੋੜੀ ਵੇਥ ਉੱਤੇ, ਪਰ ਮੇਲ ਅਜੇ ਗੁਰੂ ਨਾਨਕ ਸਾਹਿਬ ਅਤੇ ਬਾਬਾ ਲਹਿਣਾ ਜੀ ਦਾ ਹੀ ਹੋਇਆ ਸੀ। ਪੰਜਾਬ ਦੇ ਨਕਸ਼ੇ ਤੋਂ ਵੇਖੋ, ਕਰਤਾਰਪੁਰ, ਰਾਵੀ ਕੰਢੇ, ਖਡੂਰ, ਬਾਸਰਕੇ ਅਤੇ ਲਾਹੌਰ। ਬਾਲ ਉਮਰ ਗੁਰੂ ਰਾਮਦਾਸ ਜੀ ਅਜੇ ਬਹੁਤ ਹੀ ਛੋਟੀ ਉਮਰ ਦੇ ਸੀ ਕਿ ਇਹਨਾਂ ਦੀ ਮਾਤਾ ਚਲਾਣਾ ਕਰ ਗਈ। 7 ਸਾਲ ਦੇ ਹੋਏ ਤਾਂ ਇਹਨਾਂ ਦੇ ਪਿਤਾ ਹਰਦਾਸ ਵੀ ਸਨ 1540 ਵਿੱਚ ਚੜ੍ਹਾਈ ਕਰ ਗਏ। ਗੁਰੂ ਅਮਰਦਾਸ ਜੀ ਨਾਲ ਮਿਲਾਪ ਗੁਰੂ ਰਾਮਦਾਸ ਜੀ ਦੇ ਨਾਨਕੇ ਬਾਸਰਕੇ ਸਨ। ਜਦੋਂ ਇਹਨਾਂ ਦਾ ਪਿਤਾ ਵੀ ਗੁਜ਼ਰ ਗਿਆ ਤਾਂ ਨਾਨੀ ਆ ਕੇ ਇਹਨਾਂ ਨੂੰ ਲਾਹੌਰੋਂ ਲੈ ਗਏ। ਇਨਸਾਨੀ ਜੀਵਨ ਵਿੱਚ ਅਜਿਹੀ ਘਟਨਾ ਕੋਈ ਮਾਮੂਲੀ ਘਟਨਾ ਨਹੀਂ ਹੁੰਦੀ। ਇਹੋ ਜਿਹੀ ਹੱਡਬੀਤੀ ਦਾ ਅਸਰ ਸਾਰੀ ਉਮਰ ਹੀ ਟਿਕਿਆ ਰਹਿੰਦਾ ਹੈ। ਜਿਸ ਘਰ ਵਿੱਚ ਜੰਮੇ ਪਲੇ, ਜਿਨ੍ਹਾਂ ਗਲੀਆਂ ਵਿੱਚ 7 ਸਾਲਾਂ ਦੀ ਉਮਰ ਤੱਕ ਖੇਡਦੇ ਰਹੇ, ਅੱਜ ਉਹ ਘਰ, ਉਹ ਗਲੀਆਂ ਸਦਾ ਲਈ ਛੱਡ ਰਹੇ ਹਨ ਅਤੇ ਮਾਪਿਆਂ ਦੇ ਉਸ ਘਰ ਨੂੰ ਉਹਨਾਂ ਦੇ ਭਾ ਦੇ ਸਦਾ ਲਈ ਜੰਦਰੇ ਵੱਜ ਰਹੇ ਹਨ। ਕੋਈ ਸ਼ਰੀਕ ਵਿਹੜਾ ਮੋਕਲਾ ਹੋਇਆ ਵੇਖ ਕੇ ਖੁਸ਼ ਹੋਇਆ ਹੋਵੇਗਾ। ਕਿਸੇ ਸ਼ਰੀਕ ਨੇ ਇਸ ਬੱਚੇ ਨੂੰ ਸਦਾ ਲਈ ਆਪਣੀ ਜੰਮਣ ਭੋਏ ਛੱਡਦਿਆਂ ਵੇਖ ਕੇ ਹੌਕਾ ਲਿਆ ਹੋਵੇਗਾ। ਗੁਰੂ ਰਾਮਦਾਸ ਜੀ ਦੀ ਬਾਲ ਚੇਤਾ ਸ਼ਕਤੀ ਉੱਤੇ ਉਹ ਸਾਰਾ ਨਕਸ਼ਾ ਡੂੰਘਾ ਉਕਰਿਆ ਗਿਆ ਅਤੇ ਉਹਨਾਂ ਦੇ ਅਤ ਮਿੱਠੇ ਨਿਮਰਤਾ ਸੁਭਾਅ ਦੇ ਨਵੇਂ ਰੂਪ ਵਿੱਚ ਸਦਾ ਵਿਖਾਲੀ ਦਿੰਦਾ ਰਿਹਾ। ਚੂਨਾ ਮੰਡੀ ਦੀਆਂ ਗਲੀਆਂ ਦੇ ਗੁਆਂਢੀ ਸਨੇਹੀ ਤਾਂ ਆਪਣੇ ਹਾਣੀ ਹਰਦਾਸ ਜੀ ਦੀ ਦੁਨਿਆਵੀ ਇੱਕੋ ਇੱਕ ਨਿਸ਼ਾਨੀ ਨੂੰ ਵਿਛੜਦਿਆਂ ਵੇਖ ਕੇ ਅੱਖਾਂ ਵਿੱਚੋਂ ਅਥਰੂ ਘੇਰ ਰਹੇ ਸਨ। ਪਰ ਹੋਣੀ ਜਿਸ ਉੱਤੇ ਹੱਸ ਰਹੀ ਸੀ, ਅੱਜ ਆਖ ਰਹੀ ਸੀ ਕਿ ਜਿਸ ਬਾਲ ਨੂੰ ਇਹ ਸਾਰਾ ਆਂਢ ਗੁਆਂਢ ਅੱਜ ਨਿਆਸਰਾ ਯਤੀਮ ਸਮਝ ਰਿਹਾ ਹੈ, ਇਸ ਦੇ ਸਿਰ ਉੱਤੇ ਰੱਬੀ ਛਤਰ ਝੁੱਲਣਾ ਹੈ ਅਤੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੇ ਇਸ ਦੇ ਦਰ ਤੇ ਸਿਰ ਨਿਵਾਣ ਵਿੱਚ ਫਖਰ ਸਮਝਣਾ ਹੈ। ਨਾਨੀ ਗੁਰੂ ਰਾਮਦਾਸ ਜੀ ਨੂੰ ਆਪਣੇ ਪਿੰਡ ਬਾਸਰਕੇ ਲੈ ਆਏ। ਬਾਸਰਕੇ ਕੋਈ ਬਹੁਤਾ ਵੱਡਾ ਨਗਰ ਨਹੀਂ ਹੈ। ਅੱਧੇ ਕੋ ਘਰ ਜੱਟਾਂ ਦੇ ਅਤੇ ਅੱਧੇ ਕੋ ਖੱਤਰੀਆਂ ਤੇ ਹੋਰ ਜਾਤੀਆਂ ਦੇ ਸਨ। ਲਾਹੌਰ ਤੋਂ ਦੋਤਰੇ ਦੇ ਨਾਨਕੇ ਪਿੰਡ ਆਉਣ ਦੀ ਖਬਰ ਸਾਰੇ ਸ਼ਰੀਕੇ ਬਰਾਦਰੀ ਵਿੱਚ ਤੁਰੰਤ ਹੋ ਗਈ। ਭਾਈਚਾਰਕ ਮਰਜ਼ਾਦਾ ਅਨੁਸਾਰ ਸਭ ਨੇ ਨਾਨੀ ਤੇ ਦੋਤਰੇ ਨੂੰ ਧੀਰਜ ਹੌਸਲਾ ਦੇਣ ਆਉਣਾ ਹੀ ਸੀ। ਗੁਰੂ ਅਮਰਦਾਸ ਜੀ ਵੀ ਆਏ। ਉਹਨਾਂ ਦੇ ਕੋਮਲ ਹਿਰਦੇ ਵਿੱਚ ਜੇਠਾ ਜੀ ਦੀ ਉਸ ਅਥਾਨਤਾ ਨੇ ਖਾਸ ਧਰੂ ਪਾਈ। ਦਿਨੋਂ ਦਿਨ ਦੋਹਾਂ ਵਿੱਚ ਨੇੜਤਾ ਵਧਣ ਲੱਗੀ। ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ 62 ਸਾਲਾਂ ਦੀ ਸੀ। ਬਾਸਰਕੇ ਵਿੱਚ ਆਜੀਵਕਾ ਭਾਈ ਜੇਠਾ ਜੀ ਦੀ ਨਾਨੀ ਕੋਈ ਬਹੁਤੇ ਸੁਖਾਲੇ ਗੁਜ਼ਾਰੇ ਵਾਲੀ ਨਹੀਂ ਸੀ। ਤਾਹੀਓਂ ਸਿੱਖ ਇਤਿਹਾਸ ਲਿਖਦਾ ਹੈ ਕਿ ਉਹਨਾਂ ਨੂੰ ਛੋਟੀ ਉਮਰੇ ਘੁੰਗਣੀਆਂ ਵੇਚਣੀਆਂ ਪੈਂਦੀਆਂ ਸਨ। ਬਾਸਰਕੇ ਵਿੱਚ ਜੇਠਾ ਜੀ ਨਾਨੀ ਦੇ ਕੋਲ 5 ਸਾਲ ਟਿਕੇ ਰਹੇ ਅਤੇ ਘੁੰਗਣੀਆਂ ਵੇਚਣ ਦਾ ਕੰਮ ਹੀ ਕਰਦੇ ਰਹੇ। ਗੁਰੂ ਅਮਰਦਾਸ ਜੀ ਸਨ 1541 ਵਿੱਚ ਹੀ ਤੀਰਥ ਯਾਤਰਾ ਤੋਂ ਠੋਕਰ ਖਾ ਕੇ ਗੁਰੂ ਅੰਗਦ ਸਾਹਿਬ ਪਾਸ ਖਡੂਰ ਚਲੇ ਗਏ ਸਨ, ਪਰ ਜੇਠਾ ਜੀ ਨੂੰ ਉਹਨਾਂ ਨੇ ਆਪਣੇ ਦਿਲ ਵਿੱਚ ਡੂੰਘੀ ਥਾਂ ਦੇ ਲਈ ਹੋਈ ਸੀ।
ਖਡੂਰ ਤੋਂ ਬਾਸਰ ਕੇ 5-10 ਦਿਨੀ ਆਉਂਦੇ ਹੀ ਰਹਿੰਦੇ ਸਨ ਅਤੇ ਜੇਠਾ ਜੀ ਨੂੰ ਜ਼ਰੂਰ ਮਿਲਦੇ ਤੇ ਪਿਆਰ ਕਰਦੇ ਸਨ। ਇਹ ਪਿਆਰ ਦੋ ਵੱਲੀ ਮੌਲਿਆ। ਜੇਠਾ ਜੀ ਨੂੰ ਲਾਹੌਰ ਸਦਾ ਲਈ ਵਿਛੜੇ ਆਪਣੇ ਮਾਤਾ ਪਿਤਾ ਹਰਦਾਸ ਜੀ ਦੀ ਸ਼ੋਹ ਦਾ ਨਿੱਘ ਹੁਣ ਗੁਰੂ ਅਮਰਦਾਸ ਜੀ ਤੋਂ ਮਿਲਣ ਲੱਗ ਪਿਆ। ਗੋਇੰਦਵਾਲ ਦਾ ਵਸਣਾ। ਗੋਂਦੇ ਖੱਤਰੀ ਦੇ ਬੇਨਤੀ ਕਰਨ ਤੇ ਗੁਰੂ ਅੰਗਦ ਸਾਹਿਬ ਨੇ ਆਗਿਆ ਕੀਤੀ ਅਤੇ ਸੰਨ 1546 ਵਿੱਚ ਗੁਰੂ ਅਮਰਦਾਸ ਜੀ ਨੇ ਨਗਰ ਗੋਇੰਦਵਾਲ ਵਸਾਇਆ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਹੀ ਉਹ ਬਾਸਰਕੇ ਤੋਂ ਆਪਣੇ ਕਈ ਸਾਕਾਂ ਅੰਗਾਂ ਨੂੰ ਗੋਇੰਦਵਾਲ ਲੈ ਆਏ। ਗੁਰੂ ਅਮਰਦਾਸ ਜੀ ਤਾਂ ਜੇਠਾ ਜੀ ਨੂੰ ਵੇਖ ਵੇਖ ਕੇ ਆਪਣੀ ਬੱਚੀ ਬੀਬੀ ਭਾਨੀ ਜੀ ਦੇ ਜੀਵਨ ਸਾਥੀ ਦੀ ਮਿੱਥ ਵੀ ਆਪਣੀਆਂ ਅੱਖਾਂ ਅੱਗੇ ਲਿਆਉਣ ਲੱਗ ਪਏ ਸਨ। ਨਾਨੀ ਸਮੇਤ ਇਹਨਾਂ ਨੂੰ ਵੀ ਗੋਇੰਦਵਾਲ ਹੀ ਲੈ ਆਏ। ਗੁਰੂ ਰਾਮਦਾਸ ਜੀ ਦੀ ਉਮਰ ਉਸ ਵੇਲੇ 12 ਸਾਲਾਂ ਦੀ ਸੀ। ਖਡੂਰ ਤੇ ਗੋਇੰਦਵਾਲ ਦੀ ਆਪੋ ਵਿੱਚ 3-4 ਮੀਲ ਦੀ ਹੀ ਵਿੱਥ ਹੈ। ਸੋ ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਆ ਵਸੇ ਤਾਂ ਫਿਰ ਗੁਰੂ ਅਮਰਦਾਸ ਜੀ ਨੂੰ ਮਿਲਣ ਦਾ ਰੋਜ਼ ਹੀ ਅਵਸਰ ਬਣਨ ਲੱਗ ਪਿਆ। ਗੁਰੂ ਅਮਰਦਾਸ ਜੀ ਦੇ ਵਸੀਲੇ ਗੁਰੂ ਰਾਮਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਵੀ ਆਉਣ ਲੱਗ ਪਏ ਅਤੇ ਬਾਲਕ ਉਮਰ ਤੋਂ ਹੀ ਉਹਨਾਂ ਨੂੰ ਸਤ ਸੰਗ ਦੀ ਰੰਗਣ ਚੜ੍ਹਨ ਲੱਗ ਪਈ। ਗੋਇੰਦਵਾਲ ਆ ਕੇ ਵੀ ਜੇਠਾ ਜੀ ਨੇ ਆਪਣੀ ਅਤੇ ਨਾਨੀ ਦੀ ਆਜੀਵਕਾ ਲਈ ਘੁੰਗਣੀਆਂ ਵੇਚਣ ਦਾ ਕੰਮ ਕੁਝ ਚਿਰ ਜਾਰੀ ਰੱਖਿਆ। ਸਿੱਖ ਇਤਿਹਾਸ ਨੇ ਇਹੀ ਲਿਖਿਆ ਹੈ ਕਿ ਜੇਠਾ ਜੀ ਗੋਇੰਦਵਾਲ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚਿਆ ਕਰਦੇ ਸਨ। ਪਰ ਇਹ ਕੋਈ ਵੱਡੀ ਗੱਲ ਨਹੀਂ ਕਿ ਰਤਾ ਸਿਆਣੇ ਹੋ ਕੇ ਉਹਨਾਂ ਕੋਈ ਹੋਰ ਚੰਗੇਰੀ ਕਿਰਤ ਸ਼ੁਰੂ ਕਰ ਦਿੱਤੀ ਹੋਵੇ। ਗੁਰੂ ਅੰਗਦ ਦੇਵ ਜੀ 29 ਮਾਰਚ ਸੰਨ 1552 ਨੂੰ ਜੋਤੀ ਜੋਤ ਸਮਾਏ। ਗੁਰੂ ਅਮਰਦਾਸ ਜੀ ਗੁਰੂ ਬਣ ਕੇ ਗੋਇੰਦਵਾਲ ਆ ਟਿਕੇ। ਉਸ ਵਕਤ ਗੁਰੂ ਰਾਮਦਾਸ ਜੀ ਦੀ ਉਮਰ 18 ਸਾਲਾਂ ਦੀ ਹੋ ਚੁੱਕੀ ਸੀ। ਸ਼ਾਦੀ। ਗੁਰੂ ਅਮਰਦਾਸ ਜੀ ਨੇ 12-13 ਸਾਲ ਗੁਰੂ ਰਾਮਦਾਸ ਜੀ ਨੂੰ ਆਪਣੀਆਂ ਨਜ਼ਰਾਂ ਵਿੱਚ ਰੱਖਿਆ। ਉਹਨਾਂ ਨੂੰ ਸਭ ਗੁਣਾਂ ਵਿੱਚ ਯੋਗ ਵੇਖਿਆ ਅਤੇ ਗੁਰੂ ਬਣਨ ਤੋਂ ਅਗਲੇ ਸਾਲ ਸੰਨ 1553 ਵਿੱਚ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦੀ ਸ਼ਾਦੀ ਉਹਨਾਂ ਨਾਲ ਕਰ ਦਿੱਤੀ। ਉਸ ਵੇਲੇ ਗੁਰੂ ਰਾਮਦਾਸ ਜੀ ਦੀ ਉਮਰ 19 ਸਾਲਾਂ ਦੀ ਸੀ। ਅਕਬਰ ਦੇ ਦਰਬਾਰ ਵਿੱਚ। ਅਸੀਂ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਪੜ੍ਹ ਆਏ ਹਾਂ ਕਿ ਜਦੋਂ ਹਿੰਦੂ ਸਮਾਜ ਵਿੱਚੋਂ ਛੂਤ ਛਾਤ ਹਟਾਉਣ ਲਈ ਗੁਰੂ ਅਮਰਦਾਸ ਜੀ ਨੇ ਇਹ ਆਗਿਆ ਕਰ ਦਿੱਤੀ ਕਿ ਗੁਰੂ ਕੇ ਦਰਬਾਰ ਵਿੱਚ ਆਉਣ ਵਾਲੇ ਹਰੇਕ ਪ੍ਰਾਣੀ ਨੇ ਗੁਰੂ ਕੇ ਲੰਗਰ ਵਿੱਚ ਜਾਤ ਪਾਤ ਵਾਲੇ ਸਭ ਵਿਤਕਰੇ ਛੱਡ ਕੇ ਇੱਕੋ ਪੰਗਤ ਵਿੱਚ ਬੈਠ ਕੇ ਰੋਟੀ ਖਾਣੀ ਹੋਇਆ ਕਰੇਗੀ, ਤਾਂ ਗੋਇੰਦਵਾਲ ਦੇ ਇੱਕ ਤਪੇ ਅਤੇ ਗੋਂਦੇ ਖੱਤਰੀ ਦੀ ਚੁੱਕਣਾ ਤੇ ਨਗਰ ਦੇ ਕੁਝ ਜਾਤ ਅਭਿਮਾਨੀ ਬੰਦਿਆਂ ਨੇ ਮਿਲ ਕੇ ਅਕਬਰ ਬਾਦਸ਼ਾਹ ਪਾਸ ਸ਼ਿਕਾਇਤ ਕੀਤੀ ਸੀ। ਇਹ ਜ਼ਿਕਰ ਸੰਨ 1557 ਦਾ ਹੈ। ਅਕਬਰ ਤਦੋਂ ਸ਼ੇਰ ਸ਼ਾਹ ਦੇ ਭਤੀਜੇ ਸਿਕੰਦਰ ਸੂਰੀ ਨੂੰ ਈਨ ਮਨਾਉਣ ਲਈ ਦਿੱਲੀ ਤੋਂ ਪੰਜਾਬ ਆਇਆ ਸੀ ਅਤੇ ਕੁਝ ਮਹੀਨੇ ਲਾਹੌਰ ਆ ਕੇ ਠਹਿਰਿਆ ਸੀ। ਜਦੋਂ ਸ਼ਾਹੀ ਦਰਬਾਰ ਦੇ ਕੁਝ ਹਿੰਦੂ ਅਫਸਰਾਂ ਦੇ ਵਸੀਲੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਕਈ ਦੂਸ਼ਣ ਅਕਬਰ ਤੱਕ ਅਪੜਾਏ ਗਏ ਤਾਂ ਬਾਦਸ਼ਾਹ ਨੇ ਉਹਨਾਂ ਦੂਸ਼ਣਾਂ ਬਾਰੇ ਆਪਣੀ ਸਫਾਈ ਪੇਸ਼ ਕਰਨ ਲਈ ਸਤਿਗੁਰੂ ਜੀ ਨੂੰ ਗੋਇੰਦਵਾਲ ਤੋਂ ਸੱਦ ਭੇਜਿਆ। ਉਸ ਵੇਲੇ ਗੁਰੂ ਅਮਰਦਾਸ ਜੀ ਦੀ ਉਮਰ 78 ਸਾਲਾਂ ਦੀ ਸੀ। ਉਹਨਾਂ ਆਪਣੇ ਥਾਂ ਗੁਰੂ ਘਰ ਦੀ ਵਕਾਲਤ ਕਰਨ ਲਈ ਗੁਰੂ ਰਾਮਦਾਸ ਜੀ ਨੂੰ ਭੇਜਿਆ। ਇਹਨਾਂ ਦੀ ਉਮਰ ਉਸ ਵੇਲੇ 23 ਸਾਲਾਂ ਦੀ ਸੀ। ਸਿੱਖ ਧਰਮ ਦਾ ਆਦਰਸ਼ ਇਹਨਾਂ ਐਸੇ ਮਿੱਠੇ ਤੇ ਸੁਚੱਜੇ ਤਰੀਕੇ ਨਾਲ ਪੇਸ਼ ਕੀਤਾ ਕਿ ਅਕਬਰ ਤੇ ਉਸ ਦੇ ਦਰਬਾਰੀਆਂ ਦੀ ਪੂਰੀ ਨਿਸ਼ਾ ਹੋ ਗਈ। ਦੋਖੀ ਤਾਂ ਸਿੱਖ ਧਰਮ ਨੂੰ ਹਾਨੀ ਅਪਣਾਉਣ ਲਈ ਗਏ ਸਨ, ਪਰ ਵੇਖੋ ਗੁਰੂ ਘਰ ਦੀ ਉਦਾਰਤਾ। ਗੁਰੂ ਰਾਮਦਾਸ ਜੀ ਨੇ ਬਾਦਸ਼ਾਹ ਨੂੰ ਪ੍ਰੇਰਨਾ ਕੀਤੀ ਕਿ ਜੋ ਹਿੰਦੂ ਯਾਤਰੂ ਆਪਣੇ ਇਸ਼ਟ ਤੀਰਥਾਂ ਦੇ ਦਰਸ਼ਨ ਇਸ਼ਨਾਨ ਲਈ ਜਾਂਦੇ ਹਨ, ਉਹਨਾਂ ਪਾਸੋਂ ਉਚੇਚਾ ਵਾਧੂ ਮਸੂਲ ਨਹੀਂ ਲੈਣਾ ਚਾਹੀਦਾ। ਅਕਬਰ ਨੂੰ ਇਹ ਵੀ ਆਖਿਆ ਕਿ ਹਿੰਦੂ ਕੌਮ ਵਿੱਚ ਸਤੀ ਦੀ ਰਸਮ ਇਸਤਰੀ ਜਾਤੀ ਉੱਤੇ ਬੜਾ ਭਾਰੀ ਜ਼ੁਲਮ ਹੈ, ਇਸ ਨੂੰ ਵੀ ਹਟਾਉਣਾ ਚਾਹੀਦਾ ਹੈ। ਕੁਰਖੇਤ ਹਰਿਦੁਆਰ। ਗੁਰੂ ਅਮਰਦਾਸ ਜੀ ਸੰਨ 1558 ਵਿੱਚ ਸੂਰਜ ਗ੍ਰਹਿਣ ਦੇ ਸਮੇਂ ਕੁਰਖੇਤ ਅਤੇ ਫਿਰ ਜਮਨਾ ਤੋਂ ਲੰਘ ਕੇ ਹਰਿਦੁਆਰ ਗਏ ਤਾਂ ਕਿ ਉੱਥੇ ਇਕੱਠੇ ਹੋਏ ਹਿੰਦੂਆਂ ਨੂੰ ਜੀਵਨ ਦਾ ਸਹੀ ਰਾਹ ਦੱਸਿਆ ਜਾ ਸਕੇ। ਗੁਰੂ ਰਾਮਦਾਸ ਜੀ ਵੀ ਤਦੋਂ ਨਾਲ ਗਏ ਸਨ। ਜਦੋਂ ਕਈ ਸਵਾਰਥੀ ਲੋਕਾਂ ਨੇ ਸਿੱਖਾਂ ਨੂੰ ਇਹ ਟਪਲੇ ਲਾਣੇ ਸ਼ੁਰੂ ਕੀਤੇ ਕਿ ਗੁਰੂ ਅਮਰਦਾਸ ਜੀ ਵੀ ਅਭੀਜ ਪੁਰਬ ਸਮੇਂ ਤੀਰਥਾਂ ਦੇ ਇਸ਼ਨਾਨ ਨੂੰ ਗਏ ਸਨ, ਸਿੱਖਾਂ ਨੂੰ ਵੀ ਸਤਿਗੁਰ ਦੇ ਪੂਰਨਿਆਂ ਉੱਤੇ ਤੁਰ ਕੇ ਤੀਰਥਾਂ ਤੇ ਜਾਣਾ ਚਾਹੀਦਾ ਹੈ,
ਤਾਂ ਗੁਰੂ ਰਾਮਦਾਸ ਜੀ ਨੇ ਗੁਰੂ ਬਣਨ ਤੇ ਤੁਖਾਰੀ ਰਾਗ ਵਿੱਚ ਇੱਕ ਛੰਤ ਲਿਖਿਆ, ਜਿਸ ਵਿੱਚ ਇਹ ਸਮਝਾਇਆ ਕਿ ਗੁਰੂ ਅਮਰਦਾਸ ਜੀ ਤੀਰਥਾਂ ਦੇ ਇਸ਼ਨਾਨ ਲਈ ਨਹੀਂ ਗਏ ਸਨ। ਉਹ ਤਾਂ ਉੱਥੇ ਹਿੰਦੂਆਂ ਨੂੰ ਇਹ ਦੱਸਣ ਲਈ ਗਏ ਸਨ ਕਿ ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਪਰਮਾਤਮਾ ਦਾ ਸਿਮਰਨ ਕਰੋ ਅਤੇ ਉਸ ਨੂੰ ਸਾਰੀ ਖਲਕਤ ਵਿੱਚ ਵੇਖ ਕੇ ਸਭ ਨਾਲ ਪਿਆਰ ਕਰੋ। ਕਿਸੇ ਨੂੰ ਨੀਵਾਂ ਜਾਣ ਕੇ ਉਸ ਤੋਂ ਨਫ਼ਰਤ ਨਾ ਕਰੋ। ਬੌਲੀ ਦੀ ਸੇਵਾ। ਕੁਰਖੇਤ ਹਰਿਦੁਆਰ ਤੋਂ ਵਾਪਸ ਆ ਕੇ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਮਰਜ਼ਾਦਾ ਮੁੜ ਉਹੀ ਚਲਾ ਦਿੱਤੀ ਕਿ ਹਰੇਕ ਪ੍ਰਾਣੀ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕੇ। ਤਪੇ ਗੋਂਦੇ ਅਤੇ ਉਸਦੇ ਸਾਥੀਆਂ ਨੇ ਵਿਰੋਧਤਾ ਵਧੇਕ ਤੇਜ਼ ਕਰ ਦਿੱਤੀ। ਖੋਜੇ ਮੁੰਡਿਆਂ ਨੂੰ ਚੁੱਕ ਕੇ ਸਾਂਝੇ ਖੂਹ ਤੋਂ ਪਾਣੀ ਭਰਨ ਗਏ ਸਿੱਖਾਂ ਦੇ ਘੜੇ ਭੰਨਣ ਦੀ ਛੇੜਖਾਨੀ ਸ਼ੁਰੂ ਕਰਵਾ ਦਿੱਤੀ। ਇਸ ਤੋਂ ਖਤਰਾ ਇਹ ਸੀ ਕਿ ਕਿਤੇ ਝਗੜਾ ਵੱਧ ਕੇ ਗੁਆਂਢੀ ਭਰਾਵਾਂ ਦੇ ਆਪੋ ਵਿੱਚ ਦੇ ਭਾਈਚਾਰਕ ਸਬੰਧ ਨਾ ਟੁੱਟ ਜਾਣ। ਗੁਰੂ ਅਮਰਦਾਸ ਜੀ ਨੇ ਸਦਾ ਲਈ ਇਸ ਕਲਹ ਨੂੰ ਮੁਕਾਉਣ ਲਈ ਸੰਨ 1559 ਵਿੱਚ ਆਪਣੀ ਵੱਖਰੀ ਬੌਲੀ ਲਵਾਉਣੀ ਸ਼ੁਰੂ ਕਰ ਦਿੱਤੀ। ਜਾਤ ਅਭਿਮਾਨੀਆਂ ਦੀ ਇਸ ਵਧੀਕੀ ਦਾ ਸੁਭਾਵਕ ਹੀ ਇਹ ਸਿੱਟਾ ਨਿਕਲਣਾ ਸੀ ਕਿ ਸਿੱਖ ਦੂਰੋਂ ਦੂਰੋਂ ਆ ਕੇ ਇਸ ਬੌਲੀ ਨੂੰ ਛੇਤੀ ਤਿਆਰ ਕਰਨ ਲਈ ਆਪਣੀ ਹੱਥੀਂ ਸੇਵਾ ਕਰਨ। ਗੁਰੂ ਰਾਮਦਾਸ ਜੀ ਦੀ ਉਮਰ ਉਸ ਵੇਲੇ 25 ਸਾਲਾਂ ਦੀ ਸੀ। ਦੁਨੀਆ ਵਾਲੇ ਸਾਕੋਂ ਇਹ ਗੁਰੂ ਅਮਰਦਾਸ ਜੀ ਦੇ ਜਵਾਈ ਸਨ, ਪਰ ਇਹਨਾਂ ਦੇ ਅੰਦਰ ਕਿਤੇ ਰਤਾ ਭਰ ਵੀ ਅਜਿਹਾ ਮਾਣ ਹੰਕਾਰ ਨਹੀਂ ਸੀ। ਜਿਵੇਂ ਹੋਰ ਸਿੱਖ ਗਾਰੇ, ਮਿੱਟੀ, ਚੂਨੇ ਆਦਿਕ ਦੀ ਸੇਵਾ ਕਰਦੇ ਸਨ ਤੇ ਟੋਕਰੀ ਢੋਂਦੇ ਸਨ, ਤਿਵੇਂ ਗੁਰੂ ਰਾਮਦਾਸ ਜੀ ਵੀ ਕਿਸੇ ਕੰਮ ਤੋਂ ਸੰਕੋਚ ਨਹੀਂ ਸਨ ਕਰਦੇ। ਪਰ ਪੁਰਾਣਾ ਅਖਾਣ ਤੁਰਿਆ ਆ ਰਿਹਾ ਹੈ, ਸ਼ਰੀਕ ਲਾਣ ਲੀਕ। ਗੁਰੂ ਰਾਮਦਾਸ ਜੀ ਦੇ ਲਾਹੌਰ ਨਿਵਾਸੀ ਕੁਝ ਸੋਢੀ ਸ਼ਰੀਕ ਭਰਾ ਹਰਿਦੁਆਰ ਆਦਿਕ ਤੀਰਥਾਂ ਨੂੰ ਤਿਆਰ ਹੋਏ। ਲਾਹੌਰੋਂ ਸ਼ਾਹੀ ਸੜਕ ਗੋਇੰਦਵਾਲ ਦੇ ਪਾਸੋਂ ਹੀ ਲੰਘਦੀ ਸੀ। ਇੱਕ ਪੜਾ ਇੱਥੇ ਆ ਕੀਤਾ। ਉਨੀ ਦਿਨੀ ਬੌਲੀ ਬਣ ਰਹੀ ਸੀ। ਅਨੇਕਾਂ ਗਰੀਬ ਅਮੀਰ ਸਿੱਖ ਟੋਕਰੀ ਢੋ ਰਹੇ ਸਨ। ਗੁਰੂ ਰਾਮਦਾਸ ਜੀ ਵੀ ਸਿਰ ਉੱਤੇ ਮਿੱਟੀ ਦੀ ਟੋਕਰੀ ਚੁੱਕੀ ਆਉਂਦਿਆਂ ਵੇਖਿਆ। ਬੜੇ ਛਿੱਬੇ ਪਏ ਅਤੇ ਉਹਨਾਂ ਨੂੰ ਆਖਣ ਲੱਗੇ ਕਿ ਸਹੁਰੇ ਘਰ ਰਹਿ ਕੇ ਮਜ਼ਦੂਰੀ ਹੀ ਕਰਨੀ ਸੀ ਤਾਂ ਇਹ ਕੰਮ ਲਾਹੌਰ ਹੀ ਕਰ ਲੈਣਾ ਸੀ। ਇੱਥੇ ਆ ਕੇ ਸਾਡਾ ਨੱਕ ਕਿਉਂ ਵਢਾਇਆ? ਉਹਨਾਂ ਦੇ ਮਨ ਦਾ ਰੋਹ ਅਜੇ ਹੋਰ ਵੀ ਮੱਠਾ ਨਾ ਹੋਇਆ, ਸਿੱਧੇ ਗੁਰੂ ਅਮਰਦਾਸ ਜੀ ਪਾਸ ਗਏ। ਕ੍ਰੋਧ ਵਿੱਚ ਗੁਰੂ ਦਾ ਆਦਰ ਸਤਿਕਾਰ ਕਰਨਾ ਵੀ ਭੁੱਲ ਗਏ। ਜਾ ਕੇ ਗਿਲਾ ਕਰਨ ਲੱਗੇ ਕਿ ਸਾਡੇ ਸ਼ਰੀਕ ਭਰਾ ਤੋਂ ਅਜਿਹੇ ਨੀਵੇਂ ਕੰਮ ਕਰਾ ਕੇ ਤੁਸਾਂ ਸਾਨੂੰ ਬੜੀ ਨਮੋਸ਼ੀ ਦਵਾਈ ਹੈ। ਉਹਨਾਂ ਦੇ ਇਹ ਖਰਵੇ ਬੋਲ ਸੁਣ ਕੇ ਗੁਰੂ ਰਾਮਦਾਸ ਜੀ ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਏ ਅਤੇ ਆਖਣ ਲੱਗੇ, ਪਾਤਸ਼ਾਹ, ਇਹ ਅਣਜਾਣ ਹਨ। ਇਹਨਾਂ ਨੂੰ ਪਤਾ ਨਹੀਂ ਕਿ ਇਹ ਕੀ ਬੋਲ ਰਹੇ ਹਨ। ਤੁਸਾਂ ਇਹਨਾਂ ਦੇ ਅਣਜਾਣਪੁਣੇ ਨੂੰ ਨਾ ਵਿਚਾਰਨਾ। ਜਿਵੇਂ ਹੋਰ ਦੋਖੀ ਵਿਰੋਧੀਆਂ ਨੂੰ ਪਿਆਰ ਨਾਲ ਹੀ ਵੇਖਦੇ ਹੋ, ਇਹਨਾਂ ਉੱਤੇ ਵੀ ਮਿਹਰ ਹੀ ਰੱਖਣੀ। ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ 80 ਸਾਲਾਂ ਦੀ ਸੀ। ਉਹਨਾਂ ਨੇ ਅਜਿਹੇ ਕਈ ਝੱਖੜ ਝੁਲਦੇ ਵੇਖੇ ਹੋਏ ਸਨ। ਆਪ ਪਰਬਤ ਵਾਂਗ ਅਹਿੱਲ ਹੋ ਚੁੱਕੇ ਸਨ, ਪਰ ਗੁਰੂ ਰਾਮਦਾਸ ਜੀ ਦੀ ਉਮਰ ਅਜੇ 25 ਸਾਲਾਂ ਦੀ ਸੀ। ਜਵਾਨੀ ਦੀ ਇਹ ਉਮਰ ਸੀ ਜਿਸ ਵੇਲੇ ਰਤਾ ਪਰ ਚੋਭ ਲੱਗਣ ਤੇ ਲਹੂ ਜੋਸ਼ ਵਿੱਚ ਆ ਜਾਂਦਾ ਹੈ। ਸ਼ਰੀਕਾਂ ਵੱਲੋਂ ਆਪਣੀ ਅਤੇ ਆਪਣੇ ਦਿਲ ਦੇ ਪਾਤਸ਼ਾਹ ਦੀ ਹੋਈ ਇਸ ਨਰਾਦਰੀ ਨੇ ਉਹਨਾਂ ਨੂੰ ਰਤਾ ਵੀ ਡੋਲਣ ਨਾ ਦਿੱਤਾ। ਖਿੜੇ ਮੱਥੇ ਅਤੇ ਠੰਡੇ ਜਿਗਰੇ ਟਿਕੇ ਰਹੇ। ਅਕਬਰ ਦੇ ਦਰਬਾਰ ਵਿੱਚ ਉਜਾਗਰ ਹੋਈ ਉਹਨਾਂ ਦੀ ਉੱਜਲ ਬੁੱਧ ਦਾ ਜ਼ਿਕਰ ਅੱਗੇ ਹੀ ਹਰੇਕ ਸਿੱਖ ਦੀ ਜੀਭ ਉੱਤੇ ਸੀ। ਅੱਜ ਦੇ ਵਿਖਾਏ ਸਮੁੰਦਰਾਂ ਵਰਗੇ ਡੂੰਘੇ ਜਿਗਰੇ ਨੇ ਸਭ ਦੇ ਅੰਦਰ ਉਹਨਾਂ ਵਾਸਤੇ ਸਤਿਕਾਰ ਲਈ ਡੂੰਘੀ ਥਾਂ ਬਣਾ ਲਈ। ਸੰਤਾਨ। ਗੁਰੂ ਰਾਮਦਾਸ ਜੀ ਦੇ ਘਰ 3 ਪੁੱਤਰ ਪੈਦਾ ਹੋਏ। ਸਭ ਤੋਂ ਵੱਡੇ ਬਾਬਾ ਪਿਰਥੀ ਚੰਦ ਜੀ ਸਨ। ਦੂਜੇ ਬਾਬਾ ਮਹਾਦੇਵ ਜੀ, ਸਭ ਤੋਂ ਛੋਟੇ ਗੁਰੂ ਅਰਜਨ ਸਾਹਿਬ ਜੀ ਸਨ। ਇਹਨਾਂ ਦਾ ਜਨਮ 19 ਵੈਸਾਖ ਸੰਮਤ 1620 ਨੂੰ ਹੋਇਆ। ਈਸਵੀ ਸੰਨ 1563 ਸੀ ਅਤੇ ਅਪ੍ਰੈਲ ਦੀ 15 ਤਰੀਕ। ਗੁਰੂ ਅਰਜਨ ਦੇਵ ਜੀ ਦੇ ਜਨਮ ਸਮੇਂ ਗੁਰੂ ਅਮਰਦਾਸ ਜੀ ਦੀ ਕੁੱਲ ਉਮਰ 84 ਸਾਲਾਂ ਦੀ ਸੀ। ਗੁਰਿਆਈ ਮਿਲਣੀ। ਪਿੱਛੇ ਅਸੀਂ ਵੇਖ ਆਏ ਹਾਂ ਕਿ ਸਿੱਖ ਕੌਮ ਦੀ ਵੱਧਦੀ ਗਿਣਤੀ ਵੇਖ ਕੇ ਅਤੇ ਹੋਰ ਹਾਲਾਤ ਨੂੰ ਵਿਚਾਰ ਕੇ ਗੁਰੂ ਅਮਰਦਾਸ ਜੀ ਨੇ ਇਹ ਫੈਸਲਾ ਕਰ ਲਿਆ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਗੋਇੰਦਵਾਲ ਤੋਂ ਬਦਲਿਆ ਜਾਏ। ਸੰਨ 1570 ਵਿੱਚ ਥਾਂ ਆਪ ਪਸੰਦ ਕਰਕੇ ਉਹਨਾਂ ਗੁਰੂ ਰਾਮਦਾਸ ਜੀ ਨੂੰ ਗੁਰੂ ਕਾ ਚੱਕ ਵਸਾਉਣ ਦਾ ਕੰਮ ਸੌਂਪ ਵੀ ਦਿੱਤਾ। ਉਹਨਾਂ ਦੀ ਹਯਾਤੀ ਵਿੱਚ ਹੀ ਇਹ ਨਗਰ ਚੰਗੀ ਵਸੋਂ ਵਾਲਾ ਹੋ ਗਿਆ। ਉਸ ਵੇਲੇ ਆਪ ਦੀ ਉਮਰ 91 ਸਾਲ ਹੋ ਚੁੱਕੀ ਸੀ।
ਆਪਣਾ ਦੇਹਾਂਤ ਨੇੜੇ ਆਉਂਦਾ ਵੇਖ ਕੇ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦੀ ਚਲਾਈ ਮਰਜ਼ਾਦਾ ਅਨੁਸਾਰ ਪੂਰੀ ਪਰਖ ਪਿੱਛੋਂ ਅਗਸਤ ਸਨ 1574 ਭਾਦਰੋਂ ਸੰਮਤ 1631 ਵਿੱਚ ਸਾਰੀ ਸੰਗਤ ਅਤੇ ਆਪਣੇ ਪਰਿਵਾਰ ਦੇ ਸਾਹਮਣੇ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪ ਦਿੱਤਾ। ਉਸ ਵੇਲੇ ਗੁਰੂ ਰਾਮਦਾਸ ਜੀ ਦੀ ਉਮਰ 40 ਸਾਲਾਂ ਦੀ ਸੀ। ਇਹ ਕੋਈ ਸਧਾਰਨ ਦੀ ਘਟਨਾ ਨਹੀਂ ਸੀ। ਗੁਰੂ ਰਾਮਦਾਸ ਜੀ ਨੂੰ ਅੱਜ ਉਹ ਰੱਬੀ ਤਖਤ ਮਿਲ ਰਿਹਾ ਸੀ ਜਿਸ ਤਖਤ ਅੱਗੇ ਦੁਨੀਆ ਦੇ ਵੱਡੇ ਵੱਡੇ ਸ਼ਾਹਾਂ, ਬਾਦਸ਼ਾਹਾਂ, ਰਾਜਿਆਂ, ਮਹਾਰਾਜਿਆਂ ਨੇ ਸਿਰ ਨਿਵਾਇਆ ਅਤੇ ਨਿਵਾਣਾ ਸੀ। ਆਪ ਦੀਆਂ ਅੱਖਾਂ ਸਾਹਮਣੇ ਚੂਨਾ ਮੰਡੀ ਲਾਹੌਰ ਦੀਆਂ ਗਲੀਆਂ ਦਾ ਨਕਸ਼ਾ ਆ ਗਿਆ। 7 ਸਾਲਾਂ ਦੀ ਉਮਰ ਤੱਕ ਦੇ ਉਹ ਦਿਨ ਚੇਤੇ ਆ ਗਏ ਜਦੋਂ ਨਿੱਕੇ ਜਿਹੇ ਮਾਮ-ਹੀਟਰ ਹੁੰਦੇ ਹੋਏ ਗਰੀਬ ਪਿਓ ਦੀ ਝੋਲੀ ਵਿੱਚ ਪਲ ਰਹੇ ਸਨ। ਜਦੋਂ 7 ਸਾਲਾਂ ਦੀ ਉਮਰੇ ਪਿਤਾ ਦੇ ਵੀ ਮਰਨ ਤੇ ਦੁਨੀਆ ਵਿੱਚ ਯਤੀਮ ਰਹਿ ਗਏ ਸਨ, ਤਦੋਂ ਅਨਾਥ ਬਾਲ ਦੀ ਕੌਣ ਬਾਤ ਪੁੱਛਦਾ ਸੀ। ਆਪਣੇ ਪਿਓ ਦੇ ਘਰ ਨੂੰ ਸਦਾ ਲਈ ਜੰਦਰਾ ਵੱਜਦਾ ਵੇਖ ਕੇ ਸਹਿਮ ਜਿਹੇ ਵਿੱਚ ਨਾਨੀ ਦੀ ਉਂਗਲੀ ਫੜ ਕੇ ਸਦਾ ਵਾਸਤੇ ਚੂਨਾ ਮੰਡੀ ਦੀਆਂ ਗਲੀਆਂ ਤੋਂ ਵਿਦਾ ਹੋ ਆਏ ਸਨ। ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਚੌਂਕੀ ਉੱਤੇ ਬਿਠਾ ਕੇ ਭਰੇ ਦੀਵਾਨ ਵਿੱਚ ਆਪ ਇਹਨਾਂ ਅੱਗੇ ਮੱਥਾ ਟੇਕਿਆ ਤਾਂ ਇਹ ਵੈਰਾਗ ਵਿੱਚ ਆ ਕੇ ਬੋਲ ਉੱਠੇ, ਪਾਤਸ਼ਾਹ ਤੂੰ ਆਪ ਜਾਣਦਾ ਹੈ ਜਦੋਂ ਮੈਂ ਯਤੀਮ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਆਸਰਾ ਹੋ ਕੇ ਨਿਕਲਿਆ ਸਾਂ ਤਦੋਂ ਮੇਰਾ ਕੀ ਹਾਲ ਸੀ। ਮੈਂ ਗਲੀਆਂ ਦੇ ਕੱਖਾਂ ਵਾਂਗ ਰੁਲਦਾ ਸਾਂ। ਲਾਹੌਰ ਨਿਵਾਸੀ ਮੇਰੇ ਸਾਕਾਂ ਅੰਗਾਂ ਵਿੱਚੋਂ ਕੋਈ ਮੇਰੀ ਬਾਂਹ ਫੜਨ ਨੂੰ ਤਿਆਰ ਨਹੀਂ ਸੀ। ਨਾਨੀ ਨੇ ਮੈਨੂੰ ਗਲ ਲਾਇਆ, ਪਰ ਨਾਨੀ ਵੀ ਵਿਚਾਰੀ ਗਰੀਬਣੀ ਹੀ ਸੀ। ਪਾਤਸ਼ਾਹ ਨਿੱਕੇ ਜਿਹੇ ਕੀੜੇ ਦੀ ਕੀ ਪਾਇਆ ਹੈ, ਬਸ ਮੈਂ ਇੱਕ ਕੀੜਾ ਸੀ। ਮੇਰੇ ਸਤਿਗੁਰਾ, ਇਹ ਤੇਰੀ ਮਿਹਰ ਸੀ। ਤੂੰ ਮੈਨੂੰ ਪਿਆਰ ਨਾਲ ਤੱਕਿਆ, ਤੂੰ ਮੇਰੀ ਯਤੀਮ ਦੀ ਬਾਂਹ ਫੜੀ, ਮੈਨੂੰ ਮਿੱਟੀ ਵਿੱਚ ਰੁਲਦੇ ਨੂੰ ਅੱਜ ਤੂੰ ਅਰਸ਼ਾਂ ਤੇ ਅਪੜਾ ਦਿੱਤਾ ਹੈ। ਵੈਰਾਗ ਦੀ ਇਸ ਕਾਂਗ ਦੀ ਤਸਵੀਰ ਗੁਰੂ ਰਾਮਦਾਸ ਜੀ ਨੇ ਫਿਰ ਆਪਣੀ ਬਾਣੀ ਵਿੱਚ ਇਉਂ ਖਿੱਚੀ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ। ਗੌੜੀ ਬੈਰਾਗਣ ਮਹੱਲਾ ਚੌਥਾ ਪੰਨਾ 167। ਤੀਜਾ ਕਾਂਡ ਧਰਮ ਕੇਂਦਰ ਮਾਝੇ ਦੀ ਧੁਨੀ ਵਿੱਚ। ਅਸੀਂ ਪਿੱਛੇ ਵੇਖ ਆਏ ਹਾਂ ਕਿ ਗੁਰੂ ਅਮਰਦਾਸ ਜੀ ਨੇ 22 ਸਾਲਾਂ ਦੀ ਗੁਰਿਆਈ ਦੇ ਸਮੇਂ ਰਾਵੀ ਬਿਆਸ ਦੇ ਵਿਚਕਾਰ ਮਾਝੇ ਦਾ ਚੱਪਾ ਚੱਪਾ ਗਾ ਲਿਆ ਸੀ। ਸਿੱਖਾਂ ਦੀ ਵੱਧਦੀ ਗਿਣਤੀ ਅਤੇ ਦੇਸ਼ ਦੇ ਹੋਰ ਹਾਲਾਤ ਨੂੰ ਸਾਹਮਣੇ ਰੱਖ ਕੇ ਉਹਨਾਂ ਇਹ ਫੈਸਲਾ ਕੀਤਾ ਕਿ ਧਰਮ ਪ੍ਰਚਾਰ ਦਾ ਕੇਂਦਰ ਮਾਝੇ ਦੀ ਧੁਨੀ ਵਿੱਚ ਲਿਆਂਦਾ ਜਾਵੇ। ਇਸੇ ਕਰਕੇ ਉਹਨਾਂ ਨੇ ਗੁਮਟਾਲਾ, ਤੋਂਗ, ਸੁਲਤਾਨਵਿੰਡ, ਗਿਲਵਾਲੀ ਆਦਿਕ ਪਿੰਡਾਂ ਦੇ ਵਿਚਾਲੇ ਜ਼ਮੀਨ ਲੈ ਕੇ ਸਨ 1570 ਵਿੱਚ ਗੁਰੂ ਰਾਮਦਾਸ ਜੀ ਨੂੰ ਨਵਾਂ ਪਿੰਡ ਚੱਕ ਗੁਰੂ ਵਸਾਣ ਦਾ ਕੰਮ ਸਪੁਰਦ ਕੀਤਾ ਸੀ। ਜਦੋਂ ਗੁਰੂ ਅਮਰਦਾਸ ਜੀ 1 ਸਤੰਬਰ 1574 ਨੂੰ ਜੋਤੀ ਜੋਤ ਸਮਾ ਗਏ ਅਤੇ ਗੁਰੂ ਰਾਮਦਾਸ ਜੀ ਗੁਰੂ ਬਣੇ ਤਾਂ ਇਹਨਾਂ ਗੁਰੂ ਚੱਕ ਵਿੱਚ ਰੌਣਕ ਵਧਾਉਣ ਵੱਲ ਖਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਪਰ ਨਿਰਾ ਨਗਰ ਹੀ ਨਹੀਂ ਵਸਾਣਾ ਸੀ। ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਢੇ ਕਰਤਾਰਪੁਰ ਵਸਾਇਆ। ਆਪਣੇ ਖਿਆਲਾਂ ਦਾ ਪ੍ਰਚਾਰ ਕਰਨ ਲਈ ਅਤੇ ਸਭ ਜਾਤੀਆਂ ਦੇ ਬੰਦਿਆਂ ਨੂੰ ਇੱਕ ਥਾਂ ਸੰਗਤ ਵਿੱਚ ਰਲ ਕੇ ਬੈਠਣ ਦਾ ਸੁਭਾਅ ਪਕਾਉਣ ਲਈ ਧਰਮਸ਼ਾਲ ਵੀ ਬਣਾਈ। ਕਰਤਾਰਪੁਰ ਦਰਿਆ ਦੇ ਕੰਢੇ ਸੀ। ਇਲਾਕੇ ਵਿੱਚ ਸਿੱਖਾਂ ਦੀ ਗਿਣਤੀ ਵੀ ਅਜੇ ਬਹੁਤ ਜ਼ਿਆਦਾ ਨਹੀਂ ਹੋਈ ਹੋਵੇਗੀ। ਰੋਜ਼ਾਨਾ ਸਤਸੰਗਾਂ ਵਾਸਤੇ ਇੱਕ ਸਧਾਰਨ ਜਿਹੀ ਧਰਮਸ਼ਾਲ ਨਾਲ ਹੀ ਕੰਮ ਸਰ ਗਿਆ। ਗੁਰੂ ਅੰਗਦ ਸਾਹਿਬ ਖਡੂਰ ਆ ਕੇ ਆਪਣਾ ਵਧੇਕ ਸਮਾਂ ਪਿੰਡਾਂ ਵਿੱਚ ਆਪ ਜਾ ਜਾ ਕੇ ਪ੍ਰਚਾਰ ਕਰਦੇ ਰਹੇ, ਕਿਉਂਕਿ ਇਸ ਇਲਾਕੇ ਨੂੰ ਉਸ ਇਸਲਾਮੀ ਅਸਰ ਤੋਂ ਬਚਾਉਣਾ ਸੀ ਜੋ ਚਨਾਬ ਤੋਂ ਅਗਾਂਹ ਲੰਘ ਆਇਆ ਸੀ। ਇਹੀ ਤਰੀਕਾ ਕਰਤਾਰਪੁਰ ਰਹਿ ਕੇ ਗੁਰੂ ਨਾਨਕ ਸਾਹਿਬ ਵਰਤਦੇ ਰਹੇ ਅਤੇ ਗੁਰੂ ਅੰਗਦ ਦੇਵ ਜੀ 7 ਸਾਲ ਉਹਨਾਂ ਪਾਸ ਰਹਿ ਕੇ ਵੇਖਦੇ ਰਹੇ ਸਨ। ਖਡੂਰ ਵਿੱਚ ਵੀ ਸਧਾਰਨ ਆਕਾਰ ਦੀ ਧਰਮਸ਼ਾਲ ਨਾਲ ਹੀ ਕੰਮ ਚਲਾਇਆ ਗਿਆ। ਗੁਰੂ ਅਮਰਦਾਸ ਜੀ ਦੇ ਵੇਲੇ ਇਹ ਕੇਂਦਰ ਗੋਇੰਦਵਾਲ ਜਾ ਬਣਿਆ। ਉਹ ਵੀ ਦਰਿਆ ਦਾ ਕੰਢਾ ਸੀ। ਨਾ ਤਾਂ ਆਏ ਸਿੱਖਾਂ ਲਈ ਕਿਸੇ ਸਰੋਵਰ ਆਦਿਕ ਦੀ ਲੋੜ ਸੀ ਅਤੇ ਨਾ ਹੀ ਧਰਮਸਾਲ ਦੀ ਉਸਾਰੀ ਵਾਸਤੇ ਕੋਈ ਖਾਸ ਉਚੇਚ ਵਰਤਿਆ ਗਿਆ। ਹਾਂ, ਜਦੋਂ ਜਾਤ ਅਭਿਮਾਨੀਆਂ ਨੇ ਵਿਰੋਧਤਾ ਸ਼ੁਰੂ ਕੀਤੀ ਅਤੇ ਆਖਰ ਛੇੜਖਾਨੀ ਇਤਨੀ ਵਧਾ ਦਿੱਤੀ ਕਿ ਪਿਆਰ ਸਲੂਕ ਨਾਲ ਵਸਦੇ ਗੁਆਂਢੀਆਂ ਵਿੱਚ ਹੱਥੋਂ ਪਾਈ ਦਾ ਖਤਰਾ ਆ ਬਣਿਆ, ਤਾਂ ਗੁਰੂ ਅਮਰਦਾਸ ਜੀ ਨੇ ਬੌਲੀ ਬਣਵਾਉਣੀ ਸ਼ੁਰੂ ਕੀਤੀ। ਜਾਤ ਅਭਿਮਾਨੀਆਂ ਦੀ ਈਰਖਾ ਨੇ ਸੁੱਤੇ ਹੀ ਸਿੱਖਾਂ ਵਿੱਚ ਆਪਣੀ ਹਸਤੀ ਕਾਇਮ ਰੱਖਣ ਲਈ
ਜਾਗਰਤ ਲੈ ਆਂਦੀ। ਦੂਰੋਂ ਦੂਰੋਂ ਆ ਕੇ ਸਿੱਖ ਮਨ ਲਾ ਕੇ ਤਨ ਨਾਲ ਅਤੇ ਧਨ ਨਾਲ ਸੇਵਾ ਕਰਦੇ ਰਹੇ। ਮਾਝਾ ਜਾਗ ਪਿਆ ਸੀ। ਸਿੱਖ ਧਰਮ ਦਾ ਕੇਂਦਰ ਮਾਝੇ ਦੇ ਵਿਚਕਾਰ ਲਿਆਂਦਾ ਗਿਆ। ਨਗਰ ਦੇ ਨਾਲ ਧਰਮ ਅਸਥਾਨ ਦਾ ਹੋਣਾ ਵੀ ਜ਼ਰੂਰੀ ਸੀ। ਪਿੰਡਾਂ ਵਿੱਚ ਪ੍ਰਚਾਰ ਤਾਂ ਕਾਇਮ ਰੱਖਣਾ ਸੀ, ਪਰ ਗੁਰੂ ਰਾਮਦਾਸ ਜੀ ਨੇ ਇਹ ਵੀ ਜ਼ਰੂਰ ਸਮਝਿਆ ਕਿ ਕੇਂਦਰੀ ਨਗਰ ਵੀ ਇੱਕ ਸ਼ਾਨਦਾਰ ਧਰਮ ਅਸਥਾਨ ਬਣਾਇਆ ਜਾਵੇ ਜੋ ਵੱਧਦੀ ਸਿੱਖ ਗਿਣਤੀ ਦੀਆਂ ਲੋੜਾਂ ਪੂਰੀਆਂ ਕਰ ਸਕੇ। ਗੁਰੂ ਚੱਕ ਤੋਂ ਬਾਹਰ ਪਰ ਨੇੜੇ ਹੀ ਸਤਿਗੁਰੂ ਜੀ ਨੇ ਇੱਕ ਸਰੋਵਰ ਬਣਵਾਉਣ ਦੀ ਤਜਵੀਜ਼ ਕੀਤੀ। ਸਭ ਤੋਂ ਪਹਿਲੀ ਲੋੜ ਹੀ ਇਹ ਸੀ, ਕਿਉਂਕਿ ਨਗਰ ਗੁਰੂ ਚੱਕ ਦਰਿਆ ਦੇ ਕੰਢੇ ਨਹੀਂ ਸੀ। ਗੁਰੂ ਰਾਮਦਾਸ ਜੀ ਦੀ ਉੱਚੀ ਖਿਆਲ ਉਡਾਰੀ ਨੇ ਧਰਮ ਅਸਥਾਨ ਨੂੰ ਇਸ ਸਰੋਵਰ ਦੇ ਠੀਕ ਵਿਚਕਾਰ ਥਾਂ ਦਿੱਤੀ। ਕੰਨਾਂ ਨੂੰ ਸੋਹਣੇ ਕੀਰਤਨ ਦੀ ਖਿੱਚ ਪਏ ਅਤੇ ਅੱਖਾਂ ਨੂੰ ਨਿਰਮਲ ਜਲ ਦੇ ਵਿਚਕਾਰ ਉਸਰੇ ਸੋਹਣੇ ਦਰਬਾਰ ਦਾ ਦ੍ਰਿਸ਼ ਖਿੱਚ ਪਾਏ। ਪਰ ਇਹ ਕੰਮ ਦਿਨਾਂ ਤੇ ਮਹੀਨਿਆਂ ਵਿੱਚ ਮੁੱਕਣ ਵਾਲਾ ਨਹੀਂ ਸੀ। ਬਣਾਉਣਾ ਵੀ ਪੱਕਾ ਸੀ, ਜੋ ਰਹਿੰਦੀ ਦੁਨੀਆ ਤੱਕ ਅਹਿਲ ਖਲੋਤਾ ਰਹੇ। ਮੁਗਲ ਬਾਦਸ਼ਾਹਾਂ ਦੀ ਰੁਚੀ ਕਰਕੇ ਜਨਤਾ ਵਿੱਚ ਇਹ ਸ਼ੌਕ ਜਾਗ ਪਿਆ ਹੋਇਆ ਸੀ ਕਿ ਸਾਂਝੀਆਂ ਇਮਾਰਤਾਂ ਆਲੀਸ਼ਾਨ ਬਣਨ। ਪਰ ਬਾਦਸ਼ਾਹਾਂ ਪਾਸ ਰਸੂਖ ਵੀ ਸੀ ਅਤੇ ਧਨ ਵੀ ਸੀ। ਲੋਕਾਂ ਨੂੰ ਵੰਗਾਰੇ ਵੀ ਫੜਿਆ ਜਾ ਸਕਦਾ ਸੀ। ਗੁਰੂ ਕਾ ਦਰਬਾਰ ਨਰੋਲ ਸਿੱਖਾਂ ਦੇ ਪ੍ਰੇਮ ਆਸਰੇ ਬਣਨਾ ਸੀ। ਇਸ ਦੇ ਮੁਕੰਮਲ ਹੋਣ ਵਿੱਚ ਕਈ ਸਾਲ ਲੱਗ ਗਏ। ਗੁਰੂ ਰਾਮਦਾਸ ਜੀ ਵੀ ਸਿਰਫ ਸਰੋਵਰ ਹੀ ਬਣਾ ਸਕੇ। ਦਰਬਾਰ ਸਾਹਿਬ ਗੁਰੂ ਅਰਜਨ ਸਾਹਿਬ ਦੇ ਵੇਲੇ ਬਣਿਆ। ਜਿਤਨੀ ਜ਼ਮੀਨ ਗੁਰੂ ਅਮਰਦਾਸ ਜੀ ਦੇ ਵੇਲੇ ਗੁਰੂ ਚੱਕ ਵਾਸਤੇ ਲਈ ਗਈ ਸੀ, ਤਾਦੋਂ ਵੱਧਦੀਆਂ ਲੋੜਾਂ ਵਾਸਤੇ ਕਾਫੀ ਸਾਬਤ ਨਾ ਹੋਈ। ਅਕਬਰ ਬਾਦਸ਼ਾਹ ਸਨ 1577 ਦੇ ਸਤੰਬਰ ਮਹੀਨੇ ਵਿੱਚ ਦਿੱਲੀ ਤੋਂ ਪੰਜਾਬ ਵੱਲ ਆਇਆ। ਦਸੰਬਰ ਵਿੱਚ ਨਾਰਨੌਲ ਰਿਆਸਤ ਪਟਿਆਲਾ ਪਹੁੰਚਿਆ, ਜਿੱਥੇ ਸ਼ਾਹੀ ਟਕਸਾਲਾਂ ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲਈ ਕਈ ਜ਼ਰੂਰੀ ਫੈਸਲੇ ਕੀਤੇ ਗਏ ਸਨ। ਮਈ 1578 ਵਿੱਚ ਅਕਬਰ ਭੇਰੇ ਗਿਆ ਸੀ, ਜਿੱਥੇ ਹਰਨਾਂ ਦਾ ਸ਼ਿਕਾਰ ਖੇਡਣ ਲਈ ਕਈ ਦਿਨ ਤਿਆਰੀਆਂ ਕੀਤੀਆਂ ਗਈਆਂ ਸਨ। ਪਰ ਅਚਨਚੇਤ ਬਾਦਸ਼ਾਹ ਦੇ ਖਿਆਲਾਂ ਵਿੱਚ ਕੋਈ ਪਲਟਾ ਆਉਣ ਕਰਕੇ ਸ਼ਿਕਾਰ ਬੰਦ ਕਰ ਦਿੱਤਾ ਗਿਆ ਸੀ। ਜਦੋਂ ਅਕਬਰ ਨਾਰਨੌਲ ਤੋਂ ਅਗਾਂਹ ਡੇਰੇ ਵੱਲ ਨੂੰ ਲੰਘ ਰਿਹਾ ਸੀ ਤਾਂ ਸਨ 1578 ਦੇ ਸ਼ੁਰੂ ਵਿੱਚ ਪਿੰਡ ਤੁੰਗ ਦੇ ਮਾਲਕਾਂ ਪਾਸੋਂ 700 ਅਕਬਰ ਸ਼ਾਹੀ ਰੁਪਏ ਦੇ ਕੇ 500 ਵਿਗੇ ਹੋਰ ਜ਼ਮੀਨ ਮੁੱਲ ਲਈ ਅਤੇ ਬਾਦਸ਼ਾਹ ਪਾਸੋਂ ਇਸ ਦਾ ਪਟਾ ਲੈ ਲਿਆ। ਮਸੰਦ ਇਹ ਗੱਲ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਵਿਚਾਰਵਾਨਾਂ ਨੂੰ ਦਿਸ ਰਹੀ ਸੀ ਕਿ ਸਤਿਗੁਰੂ ਜੀ ਦਾ ਚਲਾਇਆ ਹੋਇਆ ਜੀਵਨ ਰਾਹ ਹਿੰਦੂ ਮਤ ਨਾਲੋਂ ਕਈ ਰੀਤਾਂ ਰਸਮਾਂ ਵਿੱਚ ਵੱਖਰਾ ਹੈ। ਪਰ ਜਾਤ ਅਭਿਮਾਨੀਆਂ ਨੇ ਜਿਉਂ-ਜਿਉਂ ਸਿੱਖ ਧਰਮ ਦੇ ਰਾਹ ਵਿੱਚ ਰੁਕਾਵਟਾਂ ਪਾਉਣੀਆਂ ਸ਼ੁਰੂ ਕੀਤੀਆਂ, ਤਿਉਂ-ਤਿਉਂ ਇਸ ਦਾ ਅਸਲੀ ਨਖੇੜ ਸਾਫ਼ ਤੌਰ ਤੇ ਉੱਗਣ ਲੱਗ ਪਿਆ। ਤਾਈਓ ਤਾਂ ਬੌਲੀ ਦੀ ਸੇਵਾ ਵਿੱਚ ਸਿੱਖਾਂ ਵੱਲੋਂ ਇਤਨਾ ਉਤਸ਼ਾਹ ਵਿਖਾਇਆ ਗਿਆ ਸੀ। ਜਦੋਂ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਕਿਰਿਆ ਕਰਮ ਵੱਲੋਂ ਸਿੱਖਾਂ ਨੂੰ ਖੁੱਲੇ ਲਫ਼ਜ਼ਾਂ ਵਿੱਚ ਵਰਜਿਆ ਤਾਂ ਸਾਫ਼ ਦਿਸ ਪਿਆ ਸੀ ਕਿ ਜਿੱਥੋਂ ਤੱਕ ਸਿੱਖ ਧਰਮ ਦੀ ਮਰਜ਼ਾਦਾ ਦਾ ਸਬੰਧ ਹੈ, ਸਿੱਖਾਂ ਨੇ ਨਰੋਲ ਗੁਰੂ ਦੇ ਦੱਸੇ ਹੋਏ ਪੂਰਨਿਆਂ ਉੱਤੇ ਤੁਰਨਾ ਹੈ। ਹਿੰਦੂ ਰਸਮਾਂ ਨਾਲ ਮਿਲ ਗੋਭਾ ਟਿਕਿਆ ਨਹੀਂ ਰਹੇਗਾ। ਜਦੋਂ ਸੰਗਤਾਂ ਨੂੰ ਦੂਰ-ਦੂਰ ਥਾਵਾਂ ਤੇ ਖਬਰਾਂ ਮਿਲੀਆਂ ਕਿ ਬੜਾ ਸ਼ਾਨਦਾਰ ਨਵਾਂ ਸਿੱਖ ਕੇਂਦਰ ਮਾਝੇ ਦੇ ਵਿਚਕਾਰ ਬਣ ਰਿਹਾ ਹੈ, ਤਾਂ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਆਪ ਮੁਹਾਰੇ ਹੀ ਸਿੱਖਾਂ ਦੇ ਅੰਦਰ ਪਿਆਰ, ਸੇਵਾ ਅਤੇ ਕੁਰਬਾਨੀ ਦੀ ਲਹਿਰ ਚੱਲ ਪਈ। ਇਤਨੇ ਵੱਡੇ ਕੰਮ ਨੂੰ ਮੁਕੰਮਲ ਕਰਨ ਲਈ ਮਾਇਆ ਦੀ ਲੋੜ ਵੀ ਸੀ। ਮਾਇਆ ਵੀ ਬੇਅੰਤ ਚਾਹੀਦੀ ਸੀ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀਆਂ ਥਾਪੀਆਂ 22 ਮੰਜੀਆਂ ਤੋਂ ਇਲਾਵਾ ਹੋਰ ਇਲਾਕਿਆਂ ਵਿੱਚ ਸਿਆਣੇ ਇਤਬਾਰੀ ਸਿੱਖ ਭੇਜੇ, ਜੋ ਸਿੱਖਾਂ ਪਾਸੋਂ ਮਾਇਆ ਇਕੱਠੀ ਕਰਕੇ ਉਹਨਾਂ ਪਾਸ ਅਪਣਾਉਣ। ਇਹਨਾਂ ਨਵੇਂ ਪ੍ਰਚਾਰਕਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਮਸੰਦ ਪੈ ਗਿਆ। ਸਰੋਵਰ ਅਸੀਂ ਵੇਖ ਆਏ ਹਾਂ ਕਿ ਜਦੋਂ ਗੋਇੰਦਵਾਲ ਦੀ ਬੌਲੀ ਬਣ ਰਹੀ ਸੀ ਤਾਂ ਉੱਥੇ ਅਮੀਰ, ਗਰੀਬ, ਛੋਟੇ ਵੱਡੇ ਸਭ ਸਿੱਖ ਮਿਹਨਤ ਮਜ਼ਦੂਰੀ ਦਾ ਹਰੇਕ ਕਿਸਮ ਦਾ ਕੰਮ ਕਰਦੇ ਸਨ ਅਤੇ ਕਰਨ ਵਿੱਚ ਆਪਣੇ ਚੰਗੇ ਭਾਗ ਸਮਝਦੇ ਸਨ। ਇਹ ਉਤਸ਼ਾਹ ਠਾਠਾਂ ਮਾਰਦਾ ਵੀ ਕਿਉਂ ਨਾ। ਗੁਰੂ ਅਮਰਦਾਸ ਜੀ ਦੇ ਆਪਣੇ ਜਵਾਈ ਗੁਰੂ ਰਾਮਦਾਸ ਜੀ, ਜੋ ਉਸ ਵੇਲੇ 25 ਸਾਲਾਂ ਦੇ ਗੱਭਰੂ ਸਨ, ਸਾਰਾ ਦਿਨ ਆਪ ਸਿਰ ਉੱਤੇ ਮਿੱਟੀ ਦੀਆਂ ਟੋਕਰੀਆਂ ਢੋਂਦੇ ਰਹਿੰਦੇ ਸਨ। ਜਦੋਂ ਗੁਰੂ ਚੱਕ ਵਿੱਚ ਸਰੋਵਰ ਬਣਨਾ ਸ਼ੁਰੂ ਹੋਇਆ, ਉਦੋਂ ਗੁਰੂ ਰਾਮਦਾਸ ਜੀ ਨੂੰ ਭਾਵੇਂ ਹੋਰ ਬੇਅੰਤ ਰੁਝੇਵੇਂ ਸਨ, ਆਏ ਸਿੱਖਾਂ ਨੂੰ ਦੋਵੇਂ ਵੇਲੇ ਗੁਰਮਤ ਦਾ ਉਪਦੇਸ਼, ਸਭਨਾਂ ਦੀ ਰਿਹਾਇਸ਼ ਤੇ ਰੋਟੀ ਦੇ ਪ੍ਰਬੰਧ ਦੀ ਵੀ ਦੇਖਭਾਲ, ਚੂਨੇ ਇੱਟਾਂ ਆਦਿਕ ਮਸਾਲੇ ਦੀ ਤਿਆਰੀ ਵਾਸਤੇ
रोज रोज सियाणे दे इकट्ठ कराने, नगर दीआं इमारतां भी बन रहीआं सन ਅਤੇ इतना ਵੱਡਾ ਸਰੋਵਰ ਵੀ ਤਿਆਰ ਹੋ ਰਿਹਾ ਸੀ, ਜਿੱਥੇ ਲੱਖਾਂ ਇੱਟਾਂ ਅਤੇ ਮਣਾ ਮੁਹੀ ਚੂਨਾ ਚਾਹੀਦਾ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਨਿੱਤ ਆਏ ਸਿੱਖਾਂ ਦੇ ਲੰਗਰ ਲਈ ਰਸਦ ਦਾ ਬਾਹਰੋਂ ਮੰਗਵਾਇਆ ਜਾਣਾ। ਅਜਿਹੇ ਅਨੇਕਾਂ ਰੁਝੇਵੇਂ ਹੁੰਦਿਆਂ ਵੀ ਗੁਰੂ ਰਾਮਦਾਸ ਜੀ ਵਿਹਲਾ ਸਮਾਂ ਮਿਲਣ ਤੇ ਆਪ ਵੀ ਟੋਕਰੀ ਫੜ ਲੈਂਦੇ ਸਨ ਅਤੇ ਮਿੱਟੀ ਗਾਰੇ ਚੂਨੇ ਆਦਿਕ ਦੀ ਹਰ ਕਿਸਮ ਦੀ ਸੇਵਾ ਕਰਦੇ ਸਨ। ਗੁਰੂ ਅਰਜਨ ਸਾਹਿਬ ਦੀ ਉਮਰ ਉਸ ਵਕਤ 15 ਸਾਲਾਂ ਤੋਂ ਟੱਪ ਚੁੱਕੀ ਸੀ। ਪਿਤਾ ਗੁਰੂ ਦੇ ਪਾਏ ਪੂਰਨਿਆਂ ਉੱਤੇ ਉਹ ਵੀ ਤੁਰਦੇ ਸਨ, ਪ੍ਰਬੰਧ ਵਿੱਚ ਵੀ ਹੱਥ ਵਟਾਉਂਦੇ ਸਨ ਅਤੇ ਟੋਕਰੀ ਢੋਣ ਵਾਲੀ ਮਿਹਨਤ ਮਨਜ਼ੂਰੀ ਵੀ ਕਰਦੇ ਸਨ। ਇਹ ਇੱਕ ਅਲੌਕਿਕ ਖੇਡ ਸੀ। ਲੋਕ ਹੁਣ ਤੱਕ ਦੇ ਮਹੰਤਾਂ ਤੇ ਪੰਡਤਾਂ ਨੂੰ ਗੱਦੀਆਂ ਉੱਤੇ ਬੈਠੇ ਹੀ ਵੇਖਦੇ ਆ ਰਹੇ ਸਨ। ਗਰੀਬਾਂ ਦੇ ਦਿਲ ਦਾ ਪਾਤਸ਼ਾਹ ਆਪ ਵੀ ਗਰੀਬਾਂ ਵਾਲੀ ਟੋਕਰੀ ਸਿਰ ਉੱਤੇ ਚੁੱਕੇ ਕਿਹੜਾ ਸਿੱਖ ਸੀ ਜੋ ਇਹ ਵੇਖ ਕੇ ਉਸ ਧਰਤੀ ਦੇ ਕਿਣਕੇ ਕਿਣਕੇ ਤੋਂ ਸਦਕੇ ਨਹੀਂ ਜਾਂਦਾ ਸੀ। ਇਹ ਸਰੋਵਰ ਗੁਰੂ ਚਰਨਾਂ ਦੇ ਭੌਰਿਆਂ ਵਾਸਤੇ ਇਸ਼ਕ ਪਿਆਰ ਅਤੇ ਅੰਮ੍ਰਿਤ ਦਾ ਸੋਮਾ ਬਣਦਾ ਗਿਆ। ਧਰਤੀ ਉੱਤੇ ਬੈਕੁੰਠ ਅਤੇ ਸੱਚਖੰਡ ਬਣਦਾ ਗਿਆ। ਸਿਫਤ ਸਲਾਹ ਦੀਆਂ ਲਹਿਰਾਂ। ਸ੍ਰਿਸ਼ਟੀ ਰਚਨਾ ਦੇ ਮੂਲ 5 ਤੱਤਾਂ ਵਿੱਚੋਂ ਇੱਕ ਤੱਤ ਆਕਾਸ਼ ਹੈ। ਇਹ ਤੱਤ ਸਰਬ ਵਿਆਪਕ ਹੈ, ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਮੌਜੂਦ ਹੈ। ਗਿਆਨ ਇੰਦਰੀਆਂ ਦੀ ਵੇਖਣ ਸੁਣਨ ਆਦਿਕ ਕਿਰਿਆ ਇਸੇ ਤੱਤ ਦੀ ਰਾਹੀਂ ਹੋ ਸਕਦੀ ਹੈ। ਆਕਾਸ਼ ਮਾਨੋ ਇੱਕ ਬੇਅੰਤ ਸਮੁੰਦਰ ਹੈ ਜਿਸ ਵਿੱਚ ਸਾਰੀ ਸ੍ਰਿਸ਼ਟੀ ਸਮਾਈ ਹੋਈ ਹੈ ਅਤੇ ਈਥਰ ਸਾਰੀ ਸ੍ਰਿਸ਼ਟੀ ਦੇ ਕਿਣਕੇ ਕਿਣਕੇ ਵਿੱਚ ਸਮਾਇਆ ਹੋਇਆ ਹੈ। ਪਾਣੀ ਦੇ ਸਰ ਵਿੱਚ ਢੇਮ ਮਾਰਿਆਂ ਪਾਣੀ ਵਿੱਚ ਲਹਿਰਾਂ ਉੱਠਦੀਆਂ ਹਨ ਅਤੇ ਚੁਫੇਰੇ ਖਿੱਲਰ ਜਾਂਦੀਆਂ ਹਨ। ਤਿਵੇਂ ਹੀ ਜਦੋਂ ਅਸੀਂ ਬੋਲਦੇ ਹਾਂ, ਅਸੀਂ ਈਥਰ ਆਕਾਸ਼ ਵਿੱਚ ਲਹਿਰਾਂ ਚਲਾ ਲੈਂਦੇ ਹਾਂ। ਉਹ ਲਹਿਰਾਂ ਚੁਫੇਰੇ ਫੈਲਦੀਆਂ ਜਾਂਦੀਆਂ ਹਨ ਅਤੇ ਉਹਨਾਂ ਲਹਿਰਾਂ ਦੀ ਰਾਹੀਂ ਆਵਾਜ਼ ਚੁਫੇਰੇ ਅੱਪੜਦੀ ਹੈ। ਇਹ ਆਕਾਸ਼ ਮਿੱਟੀ ਦੇ ਜ਼ਰੇ ਜ਼ਰੇ ਵਿੱਚ ਵੀ ਵਿਆਪਕ ਹੈ, ਜਲ ਦੇ ਜ਼ਰੇ ਜ਼ਰੇ ਵਿੱਚ ਵੀ ਵਿਆਪਕ ਹੈ। ਬੋਲਣ ਦੀ ਰਾਹੀਂ ਚਲਾਈਆਂ ਹੋਈਆਂ ਲਹਿਰਾਂ ਚੁਫੇਰੇ ਨਗਰ ਚੀਜ਼ਾਂ ਵਿੱਚ ਵੀ ਜਾ ਹੁਲਾਰਾ ਦਿੰਦੀਆਂ ਹਨ ਅਤੇ ਜਲ ਵਿੱਚ ਵੀ। ਸ੍ਰੀ ਦਰਬਾਰ ਸਾਹਿਬ ਵਿੱਚ 8 ਪੈਰ ਕੀਰਤਨ ਹੁੰਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ। ਈਥਰ ਆਕਾਸ਼ ਦੀ ਰਾਹੀਂ ਸਿਫਤ ਸਲਾਹ ਦੀਆਂ ਇਹ ਲਹਿਰਾਂ ਚੁਫੇਰੇ ਕੰਧਾਂ ਕੋਠਿਆਂ ਜਲ ਦੇ ਜਰੇ ਜਰੇ ਵਿੱਚ ਕੰਬਣੀ ਛੇੜਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਕੁਦਰਤ ਦੇ ਇੱਕ ਲੁਕਵੇਂ ਨਿਜ਼ਮ ਦੀ ਬਰਕਤ ਨਾਲ ਦਰਬਾਰ ਸਾਹਿਬ ਅਤੇ ਉਸ ਦਾ ਚੌਗਿਰਦਾ ਹਰ ਵੇਲੇ ਸਿਫਤ ਸਲਾਹ ਦੀਆਂ ਲਹਿਰਾਂ ਦੇ ਛੱਟਿਆਂ ਨਾਲ ਮਨ ਧੁੱਪਦਾ ਰਹਿੰਦਾ ਹੈ। ਇਹ ਲਹਿਰਾਂ ਸਰੋਵਰ ਦੇ ਜਲ ਦੇ ਕਿਣਕਿਆਂ ਕਿਣਕਿਆਂ ਨੂੰ ਬਾਣੀ ਦੀ ਵਰਖਾ ਨਾਲ ਅੰਮ੍ਰਿਤ ਬਣਾਈ ਜਾਂਦੀਆਂ ਹਨ। ਕੁਦਰਤ ਦਾ ਇਹ ਭੇਦ ਸਾਇੰਸ ਦੇ ਖੋਜੀਆਂ ਨੇ ਲੱਭ ਵਿਖਾਇਆ ਹੈ। ਈਥਰ ਆਕਾਸ਼ ਸਰਬ ਵਿਆਪਕ ਹੋਣ ਕਰਕੇ ਮਨੁੱਖ ਦੇ ਹਿਰਦੇ ਵਿੱਚ ਵੀ ਜਾ ਠੋਕਰਾਂ ਲਾਉਂਦਾ ਹੈ। ਜਦੋਂ ਕੋਈ ਮਨੁੱਖ ਦਰਬਾਰ ਸਾਹਿਬ ਦੇ ਚੌਗਿਰਦੇ ਵਿੱਚ ਅੱਪੜਦਾ ਹੈ ਤਾਂ ਸਿਫਤ ਸਲਾਹ ਨਾਲ ਭਰੀਆਂ ਆਕਾਸ਼ੀ ਲਹਿਰਾਂ ਉਸ ਦੇ ਹਿਰਦੇ ਵਿੱਚ ਹਲੂਣਾ ਦੇਣ ਲੱਗ ਪੈਂਦੀਆਂ ਹਨ। ਜਿਉਂ-ਜਿਉਂ ਉਹ ਕੇਂਦਰ ਦੇ ਨੇੜੇ ਅੱਪੜਦਾ ਹੈ, ਵਧੇਕ ਪ੍ਰਬਲ ਲਹਿਰਾਂ ਵਧੇਕ ਡੂੰਘਾ ਅਸਰ ਪਾਉਣ ਲੱਗ ਪੈਂਦੀਆਂ ਹਨ। ਕੇਂਦਰੀ ਅਸਥਾਨ ਦਰਬਾਰ ਸਾਹਿਬ ਵਿੱਚ ਜਾ ਕੇ ਤਾਂ ਉਸ ਦਾ ਰੋਮ ਰੋਮ ਉਹਨਾਂ ਸ਼ੁੱਧ ਪਵਿੱਤਰ ਲਹਿਰਾਂ ਦੇ ਅਸਰ ਵਿੱਚ ਝੂਮਣ ਲੱਗ ਪੈਂਦਾ ਹੈ। ਸੋ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਮਿਹਰ ਨਾਲ 8 ਪੈਰ ਹੁੰਦੀ ਸਿਫਤ ਸਲਾਹ ਨੇ ਇਸ ਅਸਥਾਨ ਨੂੰ, ਜੋ ਅੱਗੇ ਹੀ ਉਹਨਾਂ ਦੇ ਚਰਨ ਛੋਹ ਨਾਲ ਅਕਸੀਰ ਬਣਿਆ ਹੋਇਆ ਸੀ, ਧਰਤੀ ਉੱਤੇ ਸੱਚਖੰਡ ਬਣਾ ਦਿੱਤਾ। ਜਿੱਥੇ ਦਾਤਾਰ ਦੀ ਸਿਫਤ ਸਲਾਹ ਹੋ ਰਹੀ ਹੈ, ਉੱਥੇ ਉਹ ਆਪ ਵਸ ਰਿਹਾ ਹੈ, ਜ਼ਰੇ ਜ਼ਰੇ ਵਿੱਚ ਜਲਵਾ ਵਿਖਾ ਰਿਹਾ। ਸਿੱਖ ਇਤਿਹਾਸ ਦੇ ਪਾਠਕਾਂ ਨੇ ਇਹਨਾਂ ਡੂੰਘੀਆਂ ਰਮਜ਼ਾਂ ਨੂੰ ਅੱਖਾਂ ਤੋਂ ਓਹਲੇ ਨਹੀਂ ਹੋਣ ਦੇਣਾ। ਗੁਰਿਆਈ ਦੇਣੀ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਜਗਤ ਉਧਾਰ ਲਈ ਤੁਰੇ ਸਨ, ਉਹਨਾਂ ਦੇ ਸਾਹਿਬਜ਼ਾਦੇ ਅਜੇ ਛੋਟੀ ਉਮਰ ਦੇ ਸਨ। ਉਹ ਅਜੇ ਆਪਣੇ ਪਿਤਾ ਦੀ ਬੇਮਿਸਾਲ ਕੁਰਬਾਨੀ ਨੂੰ ਸਮਝਣ ਜੋਗੇ ਨਹੀਂ ਸਨ। ਗੁਰੂ ਨਾਨਕ ਸਾਹਿਬ ਜੀ ਦਾ ਉਹ ਸਫ਼ਰ 3 ਉਦਾਸੀਆਂ ਵਿੱਚ ਸਨ 1507 ਤੋਂ 1521 ਤੱਕ ਜਾਰੀ ਰਿਹਾ। 14 ਸਾਲ। ਇਤਨੇ ਚਿਰ ਤੱਕ ਸਾਹਿਬਜ਼ਾਦੇ ਸਿਆਣੇ ਹੋ ਚੁੱਕੇ ਸਨ ਅਤੇ ਜਿਵੇਂ ਮਾਤਾ ਪਿਤਾ ਆਦਿਕ ਹੋਰ ਸੰਬੰਧੀਆਂ ਨੂੰ ਇਹ ਭੁਲੇਖਾ ਬਣ ਚੁੱਕਿਆ ਹੋਇਆ ਸੀ ਕਿ ਗੁਰੂ ਨਾਨਕ ਫਕੀਰ ਹੋ ਗਿਆ ਹੈ, ਤਿਵੇਂ ਸਾਹਿਬਜ਼ਾਦਿਆਂ ਦੇ ਮਨ ਵਿੱਚ ਵੀ ਓਪਰੀ ਗੰਢ ਵੱਜ ਜਾਣੀ ਕੋਈ ਅਨੋਖੀ ਗੱਲ ਨਹੀਂ ਸੀ। ਇਸ ਉਮਰ ਦੀ ਬੱਝੀ ਹੋਈ ਗੰਢ ਦੇ ਕਾਰਨ ਉਹ ਆਪਣੇ ਪਿਤਾ ਨੂੰ ਵੱਧ ਤੋਂ ਵੱਧ ਇੱਕ ਚੰਗੇ ਪਿਤਾ ਦੇ ਰੂਪ ਵਿੱਚ ਹੀ ਵੇਖ ਸਕੇ ਸਨ। ਇਹ ਕੁਦਰਤੀ ਗੱਲ ਸੀ, ਇਸ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਸੀ। ਬਾਬਾ ਲਹਿਣਾ ਜੀ ਬਾਹਰੋਂ ਆ ਕੇ
ਉਹਨਾਂ ਪੂਰਨਿਆਂ ਤੇ ਤੁਰ ਸਕੇ ਜਿਨ੍ਹਾਂ ਉੱਤੇ ਗੁਰੂ ਨਾਨਕ ਦੇਵ ਜੀ ਨੇ ਤੋਰਨ ਦਾ ਯਤਨ ਕੀਤਾ, ਪਰ ਸਾਹਿਬਜ਼ਾਦੇ ਉਸ ਨਿਸ਼ਾਨੇ ਉੱਤੇ ਨਾ ਅਪੜ ਸਕੇ, ਕਿਉਂਕਿ ਪਹਿਲਾਂ ਹੀ ਅਟਕ ਪੈ ਚੁੱਕੀ ਹੋਈ ਸੀ। ਇਸ ਦਾ ਇਹ ਭਾਵ ਨਹੀਂ ਸੀ ਕਿ ਬਾਬਾ ਸ੍ਰੀ ਚੰਦ ਜੀ ਕੋਈ ਸਧਾਰਨ ਜਿਹੇ ਮਨੁੱਖ ਸਨ। ਉਹ ਬੜੇ ਬੰਦਗੀ ਵਾਲੇ ਮਹਾਤਮਾ ਸਨ, ਪਰ ਜਿਸ ਦਰਜੇ ਉੱਤੇ ਸਤਿਗੁਰੂ ਜੀ ਉਹਨਾਂ ਨੂੰ ਲੈ ਜਾਣ ਦੀ ਕੋਸ਼ਿਸ਼ ਕਰਦੇ ਰਹੇ, ਉੱਥੇ ਉਹ ਪਹਿਲਾਂ ਬਣੀ ਵਿੱਥ ਦੇ ਕਾਰਨ ਨਾ ਪਹੁੰਚ ਸਕੇ। ਬਾਬਾ ਲਹਿਣਾ ਜੀ 28 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਆਏ। ਇਸ ਤੋਂ ਪਹਿਲਾਂ ਇਹ ਦੇਵੀ ਪੂਜਕ ਸਨ। ਇਹਨਾਂ ਦੇ ਘਰ ਦੋਵੇਂ ਪੁੱਤਰ ਵੀ ਪੈਦਾ ਹੋ ਚੁੱਕੇ ਸਨ। 7 ਸਾਲ ਇਹ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਪਾਸ ਰਹੇ। ਭਾਵੇਂ 5-7 ਦਿਨੀ ਆਪਣੀ ਕਿਰਤਕਾਰ ਵਾਸਤੇ ਘਰ ਆਇਆ ਹੀ ਕਰਦੇ ਸਨ, ਪਰ ਇਸ ਤਰ੍ਹਾਂ ਇਹ ਵੀ ਆਪਣੇ ਪੁੱਤਰਾਂ ਨੂੰ ਸ਼ੁਰੂ ਤੋਂ ਪੂਰੀ ਨਿਗਰਾਨੀ ਰੱਖ ਕੇ ਗੁਰੂ ਘਰ ਦੀ ਸਿੱਖਿਆ ਉੱਤੇ ਨਾ ਤੋਰ ਸਕੇ। ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦਿਆਂ ਅੱਗੇ ਵੀ ਉਹੀ ਰੋਕ ਪਈ ਰਹੀ ਜੋ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਰਾਹ ਵਿੱਚ ਸੀ। ਗੁਰੂ ਅਮਰਦਾਸ ਜੀ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਜੀ ਪਾਸ ਆਏ। ਇਸ ਤੋਂ ਪਹਿਲਾਂ 20 ਸਾਲ ਇਹ ਹਰ ਸਾਲ ਤੀਰਥਾਂ ਤੇ ਜਾਂਦੇ ਰਹੇ। ਉਸ ਵਕਤ ਤੱਕ ਉਹ ਪੁੱਤਰ ਧੀਆਂ ਵਾਲੇ ਵੀ ਹੋ ਚੁੱਕੇ ਸਨ। ਉਹ ਪੁੱਤਰ ਵੀ ਸਿਆਣੀ ਉਮਰ ਦੇ ਸਨ। ਆਪਣਾ ਪਿੰਡ ਛੱਡ ਕੇ ਗੁਰੂ ਅਮਰਦਾਸ ਜੀ ਤਕਰੀਬਨ 11 ਸਾਲ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਰਹੇ। ਇਸ ਤਰ੍ਹਾਂ ਇਹਨਾਂ ਦੇ ਪੁੱਤਰਾਂ ਉੱਤੇ ਵੀ ਗੁਰਮਤਿ ਤੋਂ ਲਾਂਭ ਦੀ ਰੰਗਣ ਚੜ੍ਹੀ ਰਹੀ। ਤਕਰੀਬਨ 72 ਸਾਲ ਦੀ ਉਮਰ ਵਿੱਚ ਇਹ ਗੁਰੂ ਬਣੇ। ਹੋਰ ਸਿੱਖਾਂ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਇਹਨਾਂ ਆਦਰਸ਼ਕ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਇਹ ਜ਼ਰੂਰੀ ਨਹੀਂ ਕਿ ਹਰੇਕ ਹਿਰਦੇ ਵਿੱਚ ਇੱਕੋ ਜਿਹੀ ਚੋਟ ਵੱਜ ਸਕੇ। ਤੀਰਥ ਯਾਤਰਾ ਵਾਲੇ ਪੁਰਾਣੇ ਸੰਸਕਾਰ ਇਹਨਾਂ ਦੇ ਸਾਹਿਬਜ਼ਾਦਿਆਂ ਦੇ ਰਾਹ ਵਿੱਚ ਰੋਕ ਪਾਈ ਗਏ। ਸਭ ਤੋਂ ਪਹਿਲੇ ਸਤਿਗੁਰੂ ਗੁਰੂ ਰਾਮਦਾਸ ਜੀ ਹੀ ਸਨ, ਜਿਨ੍ਹਾਂ ਦੇ ਬੱਚੇ ਜੰਮਦੇ ਹੀ ਗੁਰਮਤਿ ਦੀ ਗੁੜਤੀ ਲੈ ਕੇ ਗੁਰਮਤਿ ਦੀ ਖੁਰਾਕ ਨਾਲ ਪਲੇ। ਪਰ ਇਹ ਜ਼ਰੂਰੀ ਨਹੀਂ ਕਿ ਹਰੇਕ ਬੱਚੇ ਉੱਤੇ ਇੱਕੋ ਜਿਹਾ ਅਸਰ ਪਵੇ। ਜਮਾਤ ਵਿੱਚ ਜਿਹੜਾ ਵਿਦਿਆਰਥੀ ਆਪਣੇ ਉਸਤਾਦ ਦੇ ਦਿੱਤੇ ਸਬਕ ਨੂੰ ਬਾਕੀ ਮੁੰਡਿਆਂ ਨਾਲੋਂ ਛੇਤੀ ਸਮਝਦਾ ਜਾਪੇ, ਉਸਤਾਦ ਦੇ ਦਿਲ ਵਿੱਚ ਵੀ ਉਸ ਵਿਦਿਆਰਥੀ ਵਾਸਤੇ ਖਿੱਚ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਦੋ ਵੱਲੀ ਦਾ ਸ਼ੌਂਕ ਅਤੇ ਖਿੱਚ ਰਲ ਕੇ ਉਸ ਵਿਦਿਆਰਥੀ ਨੂੰ ਬਾਕੀ ਸਾਰੀ ਜਮਾਤ ਨਾਲੋਂ ਦੂਰ ਉੱਚਾ ਲੈ ਜਾਂਦੇ ਹਨ। ਗੁਰੂ ਰਾਮਦਾਸ ਜੀ ਦੇ ਤਿੰਨੇ ਸਾਹਿਬਜ਼ਾਦੇ ਗੁਰੂ ਅਮਰਦਾਸ ਜੀ ਦੀ ਹਯਾਤੀ ਵਿੱਚ ਹੀ ਪੈਦਾ ਹੋ ਚੁੱਕੇ ਸਨ। ਜਦੋਂ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ, ਉਸ ਵੇਲੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਸਾਹਿਬ ਜੀ ਦੀ ਉਮਰ 11.5 ਸਾਲਾਂ ਦੇ ਕਰੀਬ ਸੀ। ਉਸ ਛੋਟੀ ਉਮਰੇ ਵੀ ਉਹਨਾਂ ਨੂੰ ਗੁਰੂ ਸਾਹਿਬ ਦੀ ਬਾਣੀ ਦਾ ਬਹੁਤ ਸ਼ੌਂਕ ਸੀ। ਇਤਨੀ ਲਗਨ ਸੀ ਕਿ ਉਹਨਾਂ ਦੀ ਨਿੱਕੀ ਜਿਹੀ ਉਮਰ ਦੇ ਹੀ ਇਹ ਲੱਛਣ ਵੇਖ ਕੇ ਗੁਰੂ ਅਮਰਦਾਸ ਜੀ ਨੇ ਇਹ ਅਨੁਮਾਨ ਲਾ ਦਿੱਤਾ ਸੀ ਕਿ ਇਹ ਦੋਤਰਾ ਬਾਣੀ ਦਾ ਬੋਇਤ ਭਾਵ ਜਹਾਜ਼ ਬਣੇਗਾ। ਇਸ ਅਨੁਮਾਨ ਵਿੱਚ ਉਹਨਾਂ ਦਾ ਜ਼ਾਤੀ ਤਜਰਬਾ ਵੀ ਕੰਮ ਕਰ ਰਿਹਾ ਸੀ। 73 ਸਾਲਾਂ ਦੀ ਉਮਰ ਵਿੱਚ ਅਚਨਚੇਤ ਇੱਕ ਮਹਾਨ ਉੱਚਾ ਰੱਬੀ ਕਵੀ ਬਣ ਜਾਣਾ ਕੋਈ ਸਧਾਰਨ ਖੇਡ ਨਹੀਂ ਸੀ। ਇੱਥੇ ਵੀ 11-12 ਸਾਲਾਂ ਦੀ ਡੂੰਘੀ ਲਗਨ ਨੇ ਹੀ ਕੰਮ ਕੀਤਾ ਸੀ। ਸੰਨ 1541 ਤੋਂ 1552 ਤੱਕ ਗੁਰੂ ਅਮਰਦਾਸ ਜੀ ਲੰਗਰ ਆਦਿਕ ਦੀ ਸੇਵਾ ਕਰਦੇ ਤੁਰਦੇ ਫਿਰਦੇ ਹਰ ਵੇਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਦਾ ਅਭਿਆਸ ਜਾਰੀ ਰੱਖਦੇ ਸਨ। ਇਹੀ ਲਗਨ ਉਹਨਾਂ ਗੁਰੂ ਅਰਜਨ ਸਾਹਿਬ ਵਿੱਚ ਵੇਖੀ ਅਤੇ ਕਹਿ ਦਿੱਤਾ ਕਿ ਇਹ ਬਾਣੀ ਦਾ ਪੁੰਜ ਹੋਣਗੇ। ਅਸੀਂ ਵੇਖ ਆਏ ਹਾਂ ਕਿ ਗੁਰੂ ਚੱਕ ਵਸਾਣ ਅਤੇ ਸਰੋਵਰ ਸਮੇਤ ਗੁਰ ਅਸਥਾਨ ਬਣਾਉਣ ਦਾ ਕੰਮ ਕੋਈ ਨਿੱਕਾ ਜਿਹਾ ਕੰਮ ਨਹੀਂ ਸੀ ਜੋ ਗੁਰੂ ਰਾਮਦਾਸ ਜੀ ਨੇ ਆਰੰਭਿਆ ਹੋਇਆ ਸੀ। ਬਾਹਰੋਂ ਰੋਜ਼ ਆਉਂਦੇ ਹਜ਼ਾਰਾਂ ਸਿੱਖਾਂ ਦੀ ਰੋਟੀ ਰਹਿائش ਆਦਿਕ ਦਾ ਪ੍ਰਬੰਧ ਵੀ ਕਰਨਾ ਹੁੰਦਾ ਸੀ। ਸੈਂਕੜੇ ਰਾਜ ਮਜ਼ਦੂਰ ਉੱਥੇ ਕੰਮ ਕਰ ਰਹੇ ਸਨ। ਲੱਖਾਂ ਇੱਟਾਂ ਅਤੇ ਮਣਾ ਮੁਹੀ ਚੂਨੇ ਦੀ ਲੋੜ ਪੈ ਰਹੀ ਸੀ। ਬੜਾ ਹੀ ਵੱਡਾ ਖਲ ਜਗਣ ਸੀ ਜਿਸ ਨੂੰ ਸਿਰੇ ਚਾੜਨ ਲਈ ਸਾਰਾ ਕੰਮ ਵੰਡ ਕੇ ਸਿਆਣੇ ਸਿੱਖਾਂ ਨੂੰ ਸੌਂਪਣਾ ਕੀਤੀ ਹੋਈ ਸੀ। ਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਪਿਰਥੀ ਚੰਦ ਜੀ ਇੱਕ ਹੁਸ਼ਿਆਰ ਨੌਜਵਾਨ ਨਿਕਲੇ। ਪ੍ਰਬੰਧ ਆਦਿਕ ਦਾ ਕੰਮ ਚੰਗਾ ਲੈ ਤੁਰੇ। ਬਾਬਾ ਮਹਾਦੇਵ ਜੀ ਮਸਤ ਫਕੀਰ ਹੀ ਸਾਬਤ ਹੋਏ। ਗੁਰੂ ਅਰਜਨ ਸਾਹਿਬ ਵੀ ਹਰੇਕ ਮਿਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਸਨ, ਪਰ ਅੰਦਰਲੇ ਦਾ ਰੁਖ ਬਾਹਰਲੇ ਇੱਕੋ ਜਿਹੀ ਚੁਗਿਰਦੇ ਦੇ ਹੁੰਦਿਆਂ ਵੀ ਉਹਨਾਂ ਦੇ ਜੀਵਨ ਨਿਖਾਰ ਵਿੱਚ ਫਰਕ ਪਾਉਂਦਾ ਗਿਆ। ਬਾਬਾ ਪਿਰਥੀ ਚੰਦ ਜੀ ਨਿਰੇ ਦੁਨਿਆਵੀ ਪ੍ਰਬੰਧ ਵਿੱਚ ਚੁਸਤ ਹੁੰਦੇ ਗਏ। ਬਾਬਾ ਮਹਾਦੇਵ ਜੀ ਅਵਧੂਤ ਹੀ ਟਿਕੇ ਰਹੇ। ਗੁਰੂ ਅਰਜਨ ਸਾਹਿਬ ਦੁਨੀਆ ਅਤੇ ਦੀਨ ਦੋਹਾਂ ਦਾ ਪੱਲੜਾ ਸਾਮਾ ਰੱਖਦੇ ਰਹੇ। ਸਤਿਗੁਰੂ ਜੀ ਦੀ ਆਗਿਆ ਅਨੁਸਾਰ
ਸਾਕਾਂ ਅੰਗਾਂ ਵਿੱਚ ਵੀ ਸ਼ਾਦੀ ਗਮੀ ਸਮੇਂ ਜਾਂਦੇ ਸਨ। ਗੁਰੂ ਘਰ ਦੀ ਸੇਵਾ ਵਿੱਚ ਵੀ ਪੂਰੀ ਦਿਲਚਸਪੀ ਰੱਖਦੇ ਸਨ ਅਤੇ ਹਿਰਦੇ ਵਿੱਚ ਬਾਣੀ ਦਾ ਇਸ਼ਕ ਵੀ ਠਾਠਾਂ ਮਾਰ ਰਿਹਾ ਸੀ। ਸਾਰੀ ਸੰਗਤ ਵਿੱਚ ਕੋਈ ਹੋਰ ਸਿੱਖ ਇਸ ਪਾਇਦਾ ਨਹੀਂ ਸੀ। ਪਰਖ ਦੀ ਕਸਵੱਟੀ ਰੋਜ਼-ਰੋਜ਼ ਵਰਤੀ ਜਾ ਰਹੀ ਸੀ। ਗੁਰੂ ਰਾਮਦਾਸ ਜੀ ਦੀ ਪਾਰਖੂ ਅੱਖ ਨੇ ਪੱਕ ਕਰ ਲਿਆ ਕਿ ਗੁਰੂ ਨਾਨਕ ਤੋਂ ਮਿਲੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਗੁਰੂ ਅਰਜਨ ਸਾਹਿਬ ਹੀ ਫੱਬਵੇਂ ਜਾਨਸ਼ੀਨ ਹਨ। ਇਹ ਗੱਲ ਗੁੱਝੀ ਨਹੀਂ ਰਹਿ ਸਕਦੀ ਸੀ। ਬਾਬਾ ਪਿਰਥੀ ਚੰਦ ਨੇ ਵੀ ਸਮਝ ਲਿਆ। ਉਹਨਾਂ ਗੁਰਿਆਈ ਹਾਸਲ ਕਰਨ ਲਈ ਬਥੇਰੇ ਹੱਥ ਪੈਰ ਮਾਰੇ। ਪਿਤਾ ਗੁਰੂ ਨੂੰ ਕਬੂਲ ਵੀ ਬੋਲੇ, ਪਰ ਸਤਿਗੁਰੂ ਜੀ ਸ਼ਾਂਤੀ ਧੀਰਜ ਨਾਲ ਸਮਝਾਉਂਦੇ ਰਹੇ ਕਿ ਪੁੱਤਰ, ਆਪਣੇ ਬਜ਼ੁਰਗਾਂ ਨਾਲ ਮੱਥਾ ਲਾਣਾ ਸ਼ੋਭਨੀਕ ਗੱਲ ਨਹੀਂ। ਦੁਨੀਆ ਦੇ ਧਨ ਦਾ ਮਾਣ ਕੂੜਾ ਮਾਣ ਹੈ। ਗੁਰਿਆਈ ਕਿਸੇ ਦੀ ਮਲਕੀਅਤ ਨਹੀਂ ਹੋ ਸਕਦੀ। ਮਲਕੀਅਤਾਂ ਸਦਾ ਖਹਿ ਖਹਿ ਪੈਦਾ ਕਰਦੀਆਂ ਹਨ। ਗੁਰੂ ਦੇ ਸਨਮੁਖ ਰਹੋ ਅਤੇ ਪ੍ਰਭੂ ਦੀ ਯਾਦ ਵਿੱਚ ਜੁੜੋ। ਆਪਣਾ ਦੇਹਾਂਤ ਨੇੜੇ ਆਉਂਦਾ ਵੇਖ ਕੇ ਗੁਰੂ ਰਾਮਦਾਸ ਜੀ ਨੇ ਭਰੇ ਦੀਵਾਨ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਬਣਾਇਆ। ਉਹਨਾਂ ਅੱਗੇ ਆਪ ਮੱਥਾ ਟੇਕਿਆ ਅਤੇ ਸਾਰੀ ਸੰਗਤ ਨੂੰ ਵੀ ਇਹੀ ਆਗਿਆ ਕੀਤੀ। ਇਹ ਜ਼ਿਕਰ ਭਾਦਰੋਂ ਸੰਮਤ 1638 ਅਗਸਤ ਸਨ 1581 ਦਾ ਹੈ। ਉਸ ਵੇਲੇ ਗੁਰੂ ਰਾਮਦਾਸ ਜੀ ਦੀ ਉਮਰ 47 ਸਾਲਾਂ ਦੇ ਕਰੀਬ ਸੀ ਅਤੇ ਗੁਰੂ ਅਰਜਨ ਸਾਹਿਬ ਜੀ 18.5 ਸਾਲਾਂ ਦੇ ਕਰੀਬ ਸਨ। ਜੋਤੀ ਜੋਤ ਸਮਾਣਾ। ਗੁਰੂ ਰਾਮਦਾਸ ਜੀ ਦਾ ਜੀਵਨ ਗੌਰ ਨਾਲ ਪੜ੍ਹਿਆਂ ਤੁਸੀਂ ਵੇਖੋਗੇ ਕਿ ਉਹਨਾਂ ਦੀ ਸਾਰੀ ਹੀ ਉਮਰ ਬੜੇ ਕਠਿਨ ਤਪ ਜਿਹੇ ਵਿੱਚ ਹੀ ਗੁਜ਼ਰੀ। ਪਹਿਲਾਂ ਤਾਂ ਘਰੋਗੀ ਔਖਿਆਈਆਂ ਦੇ ਕਾਰਨ ਬਾਲ ਉਮਰੇ ਹੀ ਆਪਣੀ ਰੋਟੀ ਕਮਾਉਣ ਲਈ ਆਪ ਹੀ ਮਿਹਨਤ ਕਰਨੀ ਪਈ। ਜਿਉਂਦੇ ਮਾਪਿਆਂ ਵਾਲੇ ਬੱਚਿਆਂ ਲਈ ਇਹ ਉਮਰ ਖੇਡਣ ਪੜ੍ਹਨ ਦੀ ਹੋਇਆ ਕਰਦੀ ਹੈ। ਚੰਗੇ ਭਾਗਾਂ ਨੂੰ 7 ਸਾਲ ਦੀ ਉਮਰੇ ਗੁਰੂ ਅਮਰਦਾਸ ਜੀ ਨਾਲ ਸਾਂਝ ਬਣ ਗਈ। ਜਦੋਂ ਸਨ 1546 ਵਿੱਚ ਗੋਇੰਦਵਾਲ ਵਸਿਆ ਤਾਂ ਗੁਰੂ ਅਮਰਦਾਸ ਜੀ ਇਹਨਾਂ ਨੂੰ ਵੀ ਬਾਸਰਕੇ ਤੋਂ ਗੋਇੰਦਵਾਲ ਲੈ ਆਏ। ਗੁਰੂ ਅਮਰਦਾਸ ਜੀ ਦੀ ਸੰਗਤ ਦਾ ਸਦਕਾ ਇਹਨਾਂ ਇੱਕ ਹੋਰ ਅਭਿਆਸ ਪਕਾ ਲਿਆ। ਆਪਣੀ ਰੋਜੀ ਕਮਾਉਣ ਤੋਂ ਜਿਹੜਾ ਵਕਤ ਵਿਹਲਾ ਮਿਲਦਾ ਸੀ ਉਹ ਵਕਤ ਸੰਗਤ ਦੀ ਸੇਵਾ ਵਿੱਚ ਤੇ ਵਿਦਿਆ ਪੜ੍ਹਨ ਵਿੱਚ ਖਰਚਦੇ ਸਨ। ਗੋਇੰਦਵਾਲ ਤੋਂ ਖਡੂਰ ਕੋਈ ਦੂਰ ਨਹੀਂ ਹੈ। ਲੰਗਰ ਦੀ ਸੇਵਾ ਅਤੇ ਵਿਦਿਆ ਇਹ ਦੋਵੇਂ ਅਭਿਆਸ ਕਰਨ ਦਾ ਸਮਾਂ ਉਹਨਾਂ ਨੂੰ ਖਡੂਰ ਆ ਕੇ ਮਿਲਦਾ ਸੀ। ਉਮਰ ਦੇ ਗੱਭਰੂ ਹੋ ਹੀ ਚੁੱਕੇ ਸਨ। 3-4 ਮੀਲ ਆਉਣਾ ਜਾਣਾ ਔਖਾ ਨਹੀਂ ਸੀ। ਸਨ 1552 ਵਿੱਚ ਗੁਰੂ ਅਮਰਦਾਸ ਜੀ ਗੁਰੂ ਬਣ ਕੇ ਗੋਇੰਦਵਾਲ ਹੀ ਆ ਗਏ। ਹੁਣ ਗੁਰੂ ਰਾਮਦਾਸ ਜੀ ਨੂੰ ਦਰਿਆ ਬਿਆਸਾ ਦੇ ਕੰਢੇ ਦੀ ਇਕਾਂਤ ਦਾ ਵੀ ਰੋਜ਼ਾਨਾ ਮੌਕਾ ਮਿਲਣ ਲੱਗ ਪਿਆ ਅਤੇ ਦੋਵੇਂ ਵੇਲੇ ਸਤ ਸੰਗ ਵਿੱਚ ਕੀਰਤਨ ਦਾ ਰਸ ਵੀ ਮਾਣਨ ਲੱਗ ਪਏ। ਰਾਗ, ਬਾਣੀ ਅਤੇ ਦਰਿਆ ਦੀ ਇਕਾਂਤ, ਇਹਨਾਂ ਤਿੰਨਾਂ ਚੀਜ਼ਾਂ ਨੇ ਇਹਨਾਂ ਦੇ ਅੰਦਰ ਕੋਮਲ ਹੁਨਰਾਂ ਦੇ ਸੰਸਕਾਰ ਜਗਾ ਦਿੱਤੇ। ਅਗਲੇ ਅੰਕ ਵਿੱਚ ਤੁਸੀਂ ਵੇਖੋਗੇ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਭਗਤਾਂ ਦੇ ਵਰਤੇ ਰਾਗਾਂ ਤੋਂ ਇਲਾਵਾ 5 ਨਵੇਂ ਰਾਗ ਆਪ ਵੀ ਵਰਤੇ ਹਨ। ਇਹ ਗੱਲ ਪ੍ਰਗਟ ਕਰਦੀ ਹੈ ਕਿ ਉਹਨਾਂ ਨੂੰ ਰਾਗ ਦੀ ਕਾਫੀ ਵਾਕਫੀਅਤ ਸੀ। ਰਾਗ ਦਾ ਸ਼ੌਂਕ ਤੇ ਕਵਿਤਾ ਦਾ ਸ਼ੌਂਕ ਇਹ ਦੋਵੇਂ ਵਧੀਕ ਪੱਲਰਦੇ ਹਨ ਇਕਾਂਤ ਵਿੱਚ। ਤੇ ਗੁਰੂ ਰਾਮਦਾਸ ਜੀ ਨੂੰ ਸਨ 1546 ਤੋਂ ਲੈ ਕੇ ਸਨ 1574 ਤੱਕ 28 ਸਾਲ ਦਰਿਆ ਬਿਆਸਾ ਦੀ ਇਕਾਂਤ ਵਿੱਚ ਰੋਜ਼ਾਨਾ ਕੁਝ ਨਾ ਕੁਝ ਸਮਾਂ ਗੁਜ਼ਾਰਨ ਦਾ ਮੌਕਾ ਮਿਲਦਾ ਰਿਹਾ। ਇਹ ਗੱਲ ਕਵੀ ਤੇ ਰਾਗੀ ਹੀ ਸਮਝ ਸਕਦਾ ਹੈ ਕਿ ਇਹਨਾਂ ਤਿੰਨਾਂ ਦੇ ਮੇਲ ਨਾਲ ਕਿਤਨੀ ਵੈਰਾਗ ਦੀ ਕਾਂਗ ਚੜ੍ਹਦੀ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵੈਰਾਗ ਤੇ ਪ੍ਰੇਮ ਦੀਆਂ ਲਹਿਰਾਂ ਠਾਠਾਂ ਮਾਰ ਰਹੀਆਂ ਹਨ। ਪਰ ਜਦੋਂ ਗੁਰਿਆਈ ਦੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆ ਪਈ ਤਾਂ ਨਗਰ ਦੀਆਂ ਇਮਾਰਤਾਂ, ਸਰੋਵਰ ਤੇ ਧਰਮ ਅਸਥਾਨ ਦੀ ਤਿਆਰੀ, ਰੋਜ਼ ਆਉਂਦੇ ਸੈਂਕੜੇ ਹਜ਼ਾਰਾਂ ਸਿੱਖਾਂ ਦੀ ਰੋਟੀ ਰਹਿائش ਆਦਿਕ ਦੇ ਬੜੇ ਰੁਝੇਵੇਂ ਵੀ ਪੈ ਗਏ। ਇਹਨਾਂ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਬੜੀ ਮਿਹਨਤ ਦੀ ਲੋੜ ਸੀ। ਗੁਰੂ ਰਾਮਦਾਸ ਜੀ ਨੇ ਗੁਰਿਆਈ ਦੇ 7 ਹੀ ਸਾਲ ਇਹ ਭਾਰੀ ਮਿਹਨਤ ਵੀ ਕੀਤੀ। ਜਦੋਂ ਗੁਰੂ ਅਰਜਨ ਸਾਹਿਬ ਜੀ ਗੁਰੂ ਬਣਾਏ ਗਏ ਤਾਂ ਗੁਰੂ ਰਾਮਦਾਸ ਜੀ ਜ਼ਿੰਦਗੀ ਦੇ ਬਾਕੀ ਗਿਣਵੇਂ ਦਿਨ ਗੁਜ਼ਾਰਨ ਲਈ ਮੁੜ ਬਿਆਸਾ ਦੇ ਕੰਢੇ ਗੋਇੰਦਵਾਲ ਆ ਗਏ। ਬਾਬਾ ਪਿਰਥੀ ਚੰਦ ਜੀ ਨੇ ਰੰਗ ਵਿੱਚ ਕੁਝ ਭੰਗ ਪਾਈ ਸੀ। ਉਹਨਾਂ ਇਹ ਭੁਲੇਖਾ ਖਾਧਾ ਕਿ ਜੇਠਾ ਪੁੱਤਰ ਹੋਣ ਕਰਕੇ ਗੁਰਿਆਈ ਮੇਰਾ ਹੱਕ ਹੈ। ਗੁਰੂ ਰਾਮਦਾਸ ਜੀ ਨੇ ਬਥੇਰਾ ਸਮਝਾਇਆ ਸੀ ਪਰ ਪਿਰਥੀ ਚੰਦ ਜੀ ਉੱਤੇ ਕੋਈ ਅਸਰ ਨਾ ਹੋਇਆ। ਉਹ ਇਹ ਗੱਲ ਨਾ ਸਮਝ ਸਕੇ ਕਿ ਗੁਰਤਾ ਦੇ ਗੁਣਾਂ ਤੋਂ ਬਿਨਾਂ ਗੁਰਤਾ ਉੱਤੇ ਬਦੋ ਬਦੀ ਜੱਫਾ ਨਹੀਂ ਵੱਜ ਸਕਦਾ। ਬਾਬਾ ਪਿਰਥੀ ਚੰਦ ਜੀ ਨੂੰ
ਇਹ ਸਚਾਈ ਪਰਖਣ ਦਾ ਮੌਕਾ ਦਿੱਤਾ ਗਿਆ। ਗੁਰੂ ਰਾਮਦਾਸ ਜੀ ਗੋਇੰਦਵਾਲ ਜਾਣ ਲੱਗੇ। ਗੁਰੂ ਅਰਜਨ ਸਾਹਿਬ ਜੀ ਨੂੰ ਵੀ ਨਾਲ ਹੀ ਲੈ ਗਏ। ਕੁਝ ਦਿਨ ਗੋਇੰਦਵਾਲ ਟਿਕਣ ਪਿੱਛੋਂ ਆਪ 2 ਅੱਸੂ ਸੰਮਤ 1638 ਨੂੰ ਜੋਤੀ ਜੋਤ ਸਮਾ ਗਏ। ਚੰਦ ਦੇ ਹਿਸਾਬ ਉਸ ਦਿਨ ਭਾਦਰੋਂ ਸੁਦੀ 3 ਸੀ। 1581 ਈਸਵੀ ਦੇ ਸਤੰਬਰ ਦੀ ਪਹਿਲੀ ਤਾਰੀਖ ਸੀ। ਆਪ ਜੀ ਦਾ ਜਨਮ 25 ਅੱਸੂ ਸੰਮਤ 1591, 24 ਸਤੰਬਰ 1534 ਅਤੇ ਜੋਤੀ ਜੋਤ ਸਮਾਏ 2 ਅੱਸੂ ਸੰਮਤ 1638 ਭਾਵ 1 ਸਤੰਬਰ 1581। ਕੁੱਲ ਉਮਰ 47 ਸਾਲ। ਗੁਰੂ ਰਾਮਦਾਸ ਜੀ ਦੀ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 31 ਰਾਗਾਂ ਵਿੱਚ ਹੈ। ਅਖੀਰਲਾ ਜੈਜਾਵੰਤੀ ਰਾਗ ਤਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰਤਿਆ ਹੈ। ਬਾਕੀ ਰਹੇ 30 ਰਾਗ ਗੁਰੂ ਨਾਨਕ ਸਾਹਿਬ ਜੀ ਨੇ 19 ਰਾਗਾਂ ਵਿੱਚ ਬਾਣੀ ਲਿਖੀ ਹੈ। ਗੁਰੂ ਅਮਰਦਾਸ ਜੀ ਨੇ ਇਹਨਾਂ ਵਿੱਚੋਂ 2 ਰਾਗ ਤਿਲੰਗ ਅਤੇ ਤੁਖਾਰੀ ਛੱਡ ਕੇ ਬਾਕੀ 17 ਰਾਗਾਂ ਵਿੱਚ ਬਾਣੀ ਲਿਖੀ ਹੈ। ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਵਾਲੇ ਸਾਰੇ ਰਾਗ ਵਰਤ ਕੇ 11 ਹੋਰ ਰਾਗ ਵੀ ਵਰਤੇ ਹਨ। 30 ਰਾਗਾਂ ਵਿੱਚ ਬਾਣੀ ਲਿਖੀ ਹੈ। ਵੇਰਵਾ ਇਉਂ ਹੈ। ਭਾਗੂੜਾ ਗੁਰੂ ਨਾਨਕ ਦੇਵ ਜੀ ਦੇ ਵਰਤੇ ਰਾਗ ਸ੍ਰੀ ਰਾਗ, ਮਾਝ, ਗੌੜੀ, ਆਸਾ, ਗੁਜਰੀ, ਵਡਹੰਸ, ਸੋਰਠ, ਤਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰੋ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ। ਭਾਗੈੜਾ 11 ਉਹ ਰਾਗ ਜੋ ਗੁਰੂ ਰਾਮਦਾਸ ਜੀ ਨੇ ਆਪ ਵਰਤੇ ਹਨ। ਦੇਵ ਗੰਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੈਰਾੜੀ, ਗੌਂਡ, ਨਟ ਨਾਰਾਇਣ, ਮਾਲੀ ਗੌੜਾ, ਕੇਦਾਰਾ, ਕਾਨੜਾ ਅਤੇ ਕਲਿਆਣ। ਇੱਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਵੀ ਦਰਜ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਫੇਰੀਆਂ ਸਮੇਂ ਇਕੱਠੀ ਕੀਤੀ ਸੀ। ਉਹ ਵੀ ਰਾਗਾਂ ਅਨੁਸਾਰ ਹੈ। ਭਗਤਾਂ ਦੇ ਵਰਤੇ ਰਾਗ ਕੱਢ ਕੇ 5 ਰਾਗ ਐਸੇ ਹਨ ਜੋ ਸਿਰਫ ਗੁਰੂ ਰਾਮਦਾਸ ਜੀ ਨੇ ਹੀ ਵਰਤੇ ਹਨ, ਹੋਰ ਕਿਸੇ ਨੇ ਨਹੀਂ ਵਰਤੇ। ਜਿੱਥੋਂ ਤੱਕ ਰਾਗਾਂ ਦਾ ਸੰਬੰਧ ਹੈ, ਸਿੱਖ ਕੌਮ ਹੇਠ ਲਿਖੇ 5 ਰਾਗਾਂ ਲਈ ਗੁਰੂ ਰਾਮਦਾਸ ਜੀ ਦੀ ਸਦਾ ਰਿਣੀ ਰਹੇਗੀ। ਦੇਵ ਗੰਧਾਰੀ, ਬਿਹਾਗੜਾ, ਬੈਰਾੜੀ, ਨਟ ਨਾਰਾਇਣ ਅਤੇ ਕਲਿਆਣ। ਗੁਰੂ ਰਾਮਦਾਸ ਜੀ ਦੀ 30 ਰਾਗਾਂ ਵਿੱਚ ਲਿਖੀ ਬਾਣੀ ਦਾ ਵੇਰਵਾ ਇਉਂ ਹੈ। ਸ਼ਬਦ 246, ਅਸ਼ਟਪਦੀਆਂ 33, ਸ਼ੰਤ 28। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ। ਇਹਨਾਂ ਵਿੱਚੋਂ ਹੇਠ ਲਿਖੇ ਰਾਗਾਂ ਵਿੱਚ ਗੁਰੂ ਰਾਮਦਾਸ ਜੀ ਦੀਆਂ 8 ਵਾਰਾਂ ਹਨ। ਸ੍ਰੀ ਰਾਗ, ਗੌੜੀ, ਬਿਹਾਗੜਾ, ਵਡਹੰਸ, ਸੋਰਠ, ਬਿਲਾਵਲ, ਸਾਰੰਗ, ਕਾਨੜ। ਪਹਿਲੇ ਗੁਰ ਵਿਅਕਤੀਆਂ ਵਾਂਗ ਸ਼ਬਦ, ਅਸ਼ਟਪਦੀਆਂ ਅਤੇ ਸ਼ੰਤਾਂ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਵੀ ਹੇਠ ਲਿਖੀਆਂ ਉਚੇਚੀਆਂ ਬਾਣੀਆਂ ਲਿਖੀਆਂ ਹਨ। ਨੰਬਰ 1 ਸ੍ਰੀ ਰਾਗ ਵਿੱਚ ਪਹਿਰੇ 1 ਸ਼ਬਦ, ਵਣਜਾਰਾ 1 ਸ਼ਬਦ। ਨੰਬਰ 2 ਗੌੜੀ ਵਿੱਚ ਕਰਹਲੇ 2 ਸ਼ਬਦ। ਨੰਬਰ 3 ਵਡਹੰਸ ਵਿੱਚ ਘੋੜੀਆਂ 2 ਸ਼ਬਦ। ਨੰਬਰ 4 ਮਾਰੂ ਵਿੱਚ ਸੋਲੇ 2 ਸ਼ਬਦ। ਗੁਰੂ ਰਾਮਦਾਸ ਜੀ ਦੀਆਂ ਲਿਖੀਆਂ 8 ਵਾਰਾਂ ਦੀਆਂ 183 ਪੌੜੀਆਂ ਹਨ, ਜਿਨ੍ਹਾਂ ਦਾ ਵੇਰਵਾ ਇਉਂ ਹੈ। ਸ੍ਰੀ ਰਾਗ 21, ਬਿਹਾਗੜਾ 21, ਸੋਠ 29, ਸਾਰੰਗ 35, ਗੌੜੀ 28, ਵਡਹੰਸ 21, ਬਿਲਾਵਲ 13 ਅਤੇ ਕਾਨੜਾ 15। ਕੁੱਲ ਜੋੜ 183। ਹਰੇਕ ਗੁਰ ਵਿਅਕਤੀ ਨੇ ਬਹੁਤ ਸਾਰੇ ਸ਼ਲੋਕ ਵੀ ਲਿਖੇ ਹਨ। ਗੁਰੂ ਅਰਜਨ ਸਾਹਿਬ ਜੀ ਨੇ ਉਹ ਸ਼ਲੋਕ ਵਾਰਾਂ ਦੀਆਂ ਪੌੜੀਆਂ ਨਾਲ ਦਰਜ ਕਰ ਦਿੱਤੇ। ਹਰੇਕ ਪੌੜੀ ਦੇ ਨਾਲ ਘੱਟ ਤੋਂ ਘੱਟ 2 ਸ਼ਲੋਕ। ਗੁਰੂ ਰਾਮਦਾਸ ਜੀ ਦੇ ਇਨ੍ਹਾਂ ਸ਼ਲੋਕਾਂ ਦਾ ਜੋੜ 105 ਹੈ। ਜਿਹੜੇ ਸ਼ਲੋਕ ਵਾਰਾਂ ਦੀਆਂ ਪੌੜੀਆਂ ਨਾਲ ਦਰਜ ਹੋਣੋਂ ਰਹਿ ਗਏ, ਉਹ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਦਰਜ ਹਨ। ਗੁਰੂ ਰਾਮਦਾਸ ਜੀ ਦੇ ਉਹ ਸ਼ਲੋਕ 30 ਹਨ। ਰਲਾ ਕੇ ਸਾਰੇ ਸ਼ਲੋਕ 135 ਹਨ। ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ ਇਸ ਤਰ੍ਹਾਂ ਹੈ। ਸ਼ਬਦ 146, ਸ਼ੰਤ 28, ਸ਼ਲੋਕ 135, ਵਣਜਾਰਾ 1 ਸ਼ਬਦ, ਘੋੜੀਆਂ 2 ਸ਼ਬਦ, ਅਸ਼ਟਪਦੀਆਂ 13, ਵਾਰਾਂ ਦੀਆਂ ਪੌੜੀਆਂ 183, ਪਹਿਰੇ 1 ਸ਼ਬਦ, ਕਰਹਲੇ 2 ਸ਼ਬਦ, ਸੋਲੇ 2 ਸ਼ਬਦ। ਰਾਗਾਂ ਅਨੁਸਾਰ ਸ਼ਬਦਾਂ, ਅਸ਼ਟਪਦੀਆਂ ਤੇ ਸ਼ੰਤਾਂ ਦਾ ਵੇਰਵਾ। ਸ੍ਰੀ ਰਾਗ ਵਿੱਚ 6 ਸ਼ਬਦ ਤੇ 1 ਸ਼ੰਤ। ਮਾਝ ਵਿੱਚ 7 ਸ਼ਬਦ, 1 ਅਸ਼ਟਪਦੀ।
ਗੌੜੀ ਵਿੱਚ 32 ਸ਼ਬਦ, ਆਸਾ ਵਿੱਚ 16, 1 ਜਮਾ 15, ਸ਼ੰਤ 14, ਗੁਜਰੀ ਦੇ ਵਿੱਚ 7, ਅਸ਼ਟਪਦੀਆਂ 1, ਦੇਵਕੰਧਾਰੀ ਵਿੱਚ ਸ਼ਬਦ 6, ਬਿਹਾਗੜਾ ਵਿੱਚ 6 ਸ਼ਬਦ, ਵਡਹੰਸ ਰਾਗ ਵਿੱਚ 3 ਸ਼ਬਦ ਤੇ 4 ਅਸ਼ਟਪਦੀਆਂ, ਰਾਗ ਸੋਠ ਅੰਦਰ 9 ਸ਼ਬਦ, ਧਨਾਸਰੀ ਰਾਗ ਅੰਦਰ 13 ਸ਼ਬਦ, 1 ਸ਼ੰਤ, ਜੈਸਰੀ ਰਾਗ ਅੰਦਰ 11 ਸ਼ਬਦ, ਟੋਡੀ ਅੰਦਰ 1 ਸ਼ਬਦ, ਬੈਰਾੜੀ ਅੰਦਰ 6 ਸ਼ਬਦ, ਤਿਲੰਗ ਅੰਦਰ 2 ਸ਼ਬਦ, ਰਾਗ ਸੂਹੀ ਅੰਦਰ 15 ਸ਼ਬਦ, 2 ਅਸ਼ਟਪਦੀਆਂ ਅਤੇ 6 ਸ਼ੰਤ, ਰਾਗ ਬਿਲਾਵਲ 7 ਸ਼ਬਦ, 6 ਅਸ਼ਟਪਦੀਆਂ, 2 ਸ਼ੰਤ, ਰਾਗ ਗੌਂਡ ਅੰਦਰ 6 ਸ਼ਬਦ, ਰਾਮਕਲੀ 6 ਸ਼ਬਦ, ਨਟ ਨਾਰਾਇਣ 9 ਸ਼ਬਦ, 6 ਅਸ਼ਟਪਦੀਆਂ, ਮਾਲੀ ਗੌੜਾ 6 ਸ਼ਬਦ, ਮਾਰੂ ਰਾਗ 8 ਸ਼ਬਦ, ਤੁਖਾਰੀ ਦੇ ਅੰਦਰ 4 ਸ਼ੰਤ, ਕੇਦਾਰਾ 2 ਸ਼ਬਦ, ਭੈਰੋ ਅੰਦਰ 7 ਸ਼ਬਦ, ਬਸੰਤ ਅੰਦਰ 7 ਸ਼ਬਦ ਤੇ 1 ਅਸ਼ਟਪਦੀ, ਸਾਰੰਗ ਰਾਗ ਅੰਦਰ 13 ਸ਼ਬਦ, ਮਲਾਰ ਅੰਦਰ 9 ਸ਼ਬਦ, ਕਾਨੜਾ ਅੰਦਰ 12 ਸ਼ਬਦ, 6 ਅਸ਼ਟਪਦੀਆਂ, ਕਲਿਆਣ ਅੰਦਰ 7 ਸ਼ਬਦ ਤੇ 6 ਅਸ਼ਟਪਦੀਆਂ, ਰਾਗ ਪ੍ਰਭਾਤੀ ਅੰਦਰ 7 ਸ਼ਬਦ ਤੇ ਕੁੱਲ ਜੋੜ ਸ਼ਬਦਾਂ ਦਾ 246, ਅਸ਼ਟਪਦੀਆਂ ਦਾ 33 ਅਤੇ ਸ਼ੰਤ ਕੁੱਲ 28। ਛੇਵਾਂ ਕਾਂਡ ਗੁਰੂ ਰਾਮਦਾਸ ਜੀ ਦੀ ਤਾਲੀਮ, ਭਾਗ ਊੜਾ, ਉਹਨਾਂ ਦੀਆਂ ਜੀਵਨ ਸਾਖੀਆਂ ਵਿੱਚੋਂ। ਨੰਬਰ 1, ਨਿਮਰਤਾ ਗਰੀਬੀ। ਲੋਕ ਆਮ ਤੌਰ ਤੇ ਕਿਸੇ ਗਾਉਂ ਦੀ ਖਾਤਰ ਲੋੜ ਪੈਣ ਤੇ ਦੂਜੇ ਅੱਗੇ ਲਿਖਦੇ ਹਨ, ਪਰ ਜਦੋਂ ਕਿਸੇ ਮਰਾਤਬੇ ਉੱਤੇ ਅੱਪੜ ਜਾਂਦੇ ਹਨ ਤਾਂ ਉਹ ਲਿਖਣਾ ਉਹਨਾਂ ਨੂੰ ਭੁੱਲ ਜਾਂਦਾ ਹੈ। ਮਨੁੱਖ ਕੋਠੇ ਉੱਤੇ ਚੜ੍ਹਨ ਲਈ ਪੌੜੀ ਵੱਲ ਮੂੰਹ ਕਰਕੇ ਪੌੜੀ ਦੇ ਇੱਕ ਇੱਕ ਡੰਡੇ ਨੂੰ ਹੱਥ ਪਾਈ ਜਾਂਦਾ ਹੈ, ਪਰ ਜਦੋਂ ਅਖੀਰਲੇ ਡੰਡੇ ਉੱਤੇ ਪੈਰ ਰੱਖ ਕੇ ਉਹ ਕੋਠੇ ਉੱਤੇ ਜਾ ਪਹੁੰਚਦਾ ਹੈ ਤਾਂ ਪੌੜੀ ਵੱਲ ਉਸ ਦੀ ਪਿੱਠ ਹੋ ਜਾਂਦੀ ਹੈ। ਇਹੀ ਹਾਲ ਇਸ ਦਾ ਹੁੰਦਾ ਹੈ ਰੋਜ਼ਾਨਾ ਜੀਵਨ ਵਿੱਚ। ਨਿਮਰਤਾ ਵੱਲ ਮੂੰਹ ਉਤਨਾ ਚਿਰ ਜਿਤਨਾ ਚਿਰ ਚੌਧਰ ਨਹੀਂ ਮਿਲੀ। ਚੌਧਰ ਮਿਲਦਿਆਂ ਹੀ ਤੂੰ ਕੌਣ ਤੇ ਮੈਂ ਕੌਣ। ਜਗਤ ਵਿੱਚ ਬੜੇ ਹੀ ਵਿਰਲੇ ਹੁੰਦੇ ਹਨ ਜੋ ਮਰਾਤਬੇ ਉੱਤੇ ਪਹੁੰਚ ਕੇ ਨਿਮਰਤਾ ਸੁਭਾਅ ਨਹੀਂ ਛੱਡਦੇ। ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚ ਅਸੀਂ ਵੇਖ ਆਏ ਹਾਂ ਕਿ ਦੁਨੀਆ ਵਾਲੇ ਸਾਕੋਂ ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆਂ ਵੀ ਹੱਦ ਦਰਜੇ ਦੇ ਗਰੀਬੀ ਸੁਭਾਅ ਨਾਲ ਸਤਿਗੁਰ ਜੀ ਦੀ ਦੱਸੀ ਹਰੇਕ ਸੇਵਾ ਕਰਦੇ ਰਹੇ। ਗੁਰੂ ਬਣ ਕੇ ਵੀ ਇਸ ਸੁਭਾਅ ਵਿੱਚ ਰਤਾ ਵੀ ਫਰਕ ਨਾ ਪਿਆ। ਸਿੱਖਾਂ ਵਾਸਤੇ ਨਿਮਰਤਾ ਤੇ ਮਿਠਾਸ ਦੇ ਪੂਰਨੇ ਸਦਾ ਹੀ ਪਾਉਂਦੇ ਰਹੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਬਾਠ ਤੋਂ ਇਹਨਾਂ ਦੇ ਦਰਸ਼ਨ ਕਰਨ ਆਏ। ਪਿੰਡ ਬਾਠ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ। ਪਠਾਨਕੋਟ ਤੋਂ ਉਰਲਾ ਰੇਲਵੇ ਸਟੇਸ਼ਨ ਸਰਨਾ ਹੈ। ਸਰਨੇ ਤੋਂ ਪਹਾੜ ਪਾਸੇ ਵੱਲ ਬਾਠ 5-6 ਮੀਲਾਂ ਦੀ ਵਿੱਥ ਉੱਤੇ ਰਾਵੀ ਦੇ ਕੰਢੇ ਤੇ ਹੈ। ਗੁਰੂ ਰਾਮਦਾਸ ਜੀ ਨੇ ਸੁਣਿਆ ਕਿ ਬਾਬਾ ਜੀ ਆ ਰਹੇ ਹਨ, ਅੱਗੋਂ ਵਾਂਢੀ ਲੈਣ ਗਏ। ਬਾਬਾ ਜੀ ਦੀ ਕਾਫੀ ਲੰਬੀ ਉਮਰ ਹੋ ਚੁੱਕੀ ਸੀ, 70 ਸਾਲਾਂ ਤੋਂ ਟੱਪ ਚੁੱਕੇ ਸਨ। ਸਤਿਗੁਰ ਜੀ ਨੇ ਆਪਣੇ ਹੱਥੀਂ ਉਹਨਾਂ ਦੀਆਂ ਲੱਤਾਂ ਘੁੱਟੀਆਂ, ਚਰਨ ਦਬਾਏ। ਗੁਰੂ ਰਾਮਦਾਸ ਜੀ ਦੀ ਦਾੜੀ ਬਹੁਤ ਲੰਬੀ ਸੀ। ਬਾਬਾ ਸ੍ਰੀ ਚੰਦ ਜੀ ਵੇਖ ਕੇ ਮੁਸਕਰਾ ਪਏ ਅਤੇ ਪੁੱਛਣ ਲੱਗੇ, ਇਹ ਦਾੜੀ ਤੁਸਾਂ ਇਤਨੀ ਲੰਬੀ ਕਿਉਂ ਵਧਾਈ ਹੋਈ ਹੈ? ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ ਕਿ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ। ਇਹ ਆਖ ਕੇ ਸੱਚਮੁੱਚ ਹੀ ਆਪਣੀ ਦਾੜੀ ਨਾਲ ਉਹਨਾਂ ਦੇ ਪੈਰ ਪੂੰਝਣ ਲੱਗ ਪਏ। ਨੰਬਰ 2, ਖਾਲਕ ਖਲਕ ਮੈਂ। ਗੁਰੂ ਕੇ ਲੰਗਰ ਵਿੱਚ ਇੱਕ ਸਿੱਖ ਭਾਈ ਹੰਦਾਲ ਸੇਵਾ ਕਰਿਆ ਕਰਦਾ ਸੀ। ਭਾਈ ਹੰਦਾਲ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਦਿਨ ਰਾਤ ਲੰਗਰ ਦੀ ਸੇਵਾ ਤੋਂ ਛੁੱਟ ਇਸ ਦਾ ਹੋਰ ਕੋਈ ਸ਼ੁਗਲ ਨਹੀਂ ਸੀ। ਲੰਗਰ ਦੀ ਸੇਵਾ ਅਤੇ ਲੰਗਰ ਵਿੱਚ ਆਏ ਸਿੱਖਾਂ ਦੀ ਸੇਵਾ ਵਿੱਚ ਹੰਦਾਲ ਇਤਨਾ ਮਸਤ ਰਹਿੰਦਾ ਸੀ ਕਿ ਇਸ ਨੂੰ ਸਤਿਗੁਰ ਜੀ ਦੇ ਦੀਵਾਨ ਵਿੱਚ ਜਾਵਣ ਦਾ ਵੀ ਕਦੇ ਘੱਟ ਹੀ ਵੇਲ ਮਿਲਦਾ ਸੀ। ਉਂਝ ਹੱਥ ਸੇਵਾ ਵਿੱਚ ਅਤੇ ਸੁਰਤ ਗੁਰਚਰਨਾਂ ਵਿੱਚ। ਚੰਨ ਚੜਿਆ ਹੋਇਆ, ਰੌਸ਼ਨ ਹੋ ਹੀ ਪੈਣਾ ਹੋਇਆ। ਭਾਈ ਹੰਦਾਲ ਦੀ ਸੋਭਾ ਦੀ ਸੁਗੰਧੀ ਗੁਰੂ ਰਾਮਦਾਸ ਜੀ ਤੱਕ ਵੀ ਜਾ ਪੜੀ। ਹੰਦਾਲ ਤਾਂ ਕਦੇ ਕਦਾਈ ਹੀ ਦੀਵਾਨ ਵਿੱਚ ਆਉਂਦਾ ਸੀ। ਸਤਿਗੁਰ ਜੀ ਆਪ ਹੀ ਇੱਕ ਦਿਨ ਉਸ ਨੂੰ ਵੇਖਣ ਲਈ ਲੰਗਰ ਵਿੱਚ ਆ ਗਏ। ਹੰਦਾਲ ਉਸ ਵੇਲੇ ਆਟਾ ਗੁੰਨ ਰਿਹਾ ਸੀ। ਉਸ ਨੂੰ ਪਤਾ ਹੀ ਤਦੋਂ ਲੱਗਾ ਜਦੋਂ ਸਤਿਗੁਰ ਜੀ ਸਿਰ ਉੱਤੇ ਹੀ ਜਾ ਪਹੁੰਚੇ। ਹੰਦਾਲ ਨੂੰ ਮੌਕਾ ਨਾ ਮਿਲ ਸਕਿਆ ਕਿ ਹੱਥ ਧੋ ਲਏ। ਆਟੇ ਨਾਲ ਲਿਬੜੇ ਹੱਥਾਂ ਨਾਲ ਗੁਰੂ ਚਰਨਾਂ ਉੱਤੇ ਨਮਸਕਾਰ ਕਰਨ ਵਿੱਚ ਉਸ ਨੇ ਸਤਿਗੁਰ ਦੀ ਨਿਰਾਦਰੀ ਸਮਝੀ। ਲਿਬੜੇ ਹੋਏ ਹੱਥ ਹੰਦਾਲ ਨੇ
ਪਿੱਠ ਪਿੱਛੇ ਕਰ ਲਏ ਅਤੇ ਗੋਡਿਆਂ ਭਾਰ ਹੋ ਕੇ ਉਹ ਸਤਿਗੁਰੂ ਜੀ ਦੇ ਚਰਨਾਂ ਉੱਤੇ ਢਹਿ ਪਿਆ। ਉਸ ਦਾ ਇਹ ਅਨੋਖੇ ਢੰਗ ਨਾਲ ਸਤਿਕਾਰ ਵੇਖ ਕੇ ਗੁਰੂ ਰਾਮਦਾਸ ਜੀ ਹੱਸ ਪਏ। ਹੰਧਾਲ ਦਾ ਉੱਚਾ ਜੀਵਨ ਵੇਖ ਕੇ ਉਸ ਨੂੰ ਸਿੱਖ ਧਰਮ ਦਾ ਪ੍ਰਚਾਰਕ ਮੁਕਰਰ ਕਰ ਦਿੱਤਾ। ਪਰਮਾਤਮਾ ਨੂੰ ਬੰਦਿਆਂ ਵਿੱਚ ਵੇਖਣਾ ਸਿੱਖ ਧਰਮ ਦਾ ਇਹ ਇੱਕ ਅਤ ਜ਼ਰੂਰੀ ਨਿਯਮ ਹੈ। ਨਿਸ਼ਕਾਮ ਸੇਵਾ ਵੀ ਤਦੋਂ ਕੀਤੀ ਜਾ ਸਕਦੀ ਹੈ ਜਦੋਂ ਆਪਣੇ ਅੰਦਰ ਵਸਦਾ ਅਕਾਲ ਪੁਰਖ ਸਭਨਾਂ ਵਿੱਚ ਦਿਸੇ। ਇਸ ਨਿਸ਼ਾਨੇ ਨੂੰ ਸਾਹਮਣੇ ਰੱਖਣ ਵਾਲਾ ਸੇਵਕ ਹੀ ਧਰਮ ਦਾ ਪ੍ਰਚਾਰਕ ਬਣ ਸਕਦਾ ਹੈ। ਧਰਮ ਦੀਆਂ ਨਿਰੀਆਂ ਜ਼ਬਾਨੀ ਗੱਲਾਂ ਕਿਸੇ ਉੱਤੇ ਅਸਰ ਨਹੀਂ ਪਾ ਸਕਦੀਆਂ। ਨੰਬਰ 3, ਗੁਰੂ ਦਾ ਸਤਿਕਾਰ। ਮੂੰਹ ਦੇ ਬੋਲੇ ਹੋਏ ਬੋਲ ਸਹਿਜ ਸੁਭਾਏ ਮਨੁੱਖ ਦੇ ਆਪਣੇ ਜੀਵਨ ਉੱਤੇ ਅਸਰ ਪਾਈ ਜਾਂਦੇ ਹਨ। ਜਿਹੜਾ ਬੰਦਾ ਝਾਕਾ ਲਾ ਕੇ ਆਪਣੇ ਕਿਸੇ ਬਜ਼ੁਰਗ ਨਾਲ ਫਿੱਕਾ ਬੋਲ ਬੋਲਣ ਲੱਗ ਪੈਂਦਾ ਹੈ, ਉਸ ਦੇ ਦਿਲ ਵਿੱਚੋਂ ਉਸ ਦਾ ਆਦਰ ਸਤਿਕਾਰ ਵੀ ਸਹਿਜੇ ਸਹਿਜੇ ਉੱਡਦਾ ਜਾਂਦਾ ਹੈ। ਇਸ ਤਰ੍ਹਾਂ ਜੇ ਕਿਸੇ ਦੇ ਕੰਨ ਆਪਣੇ ਕਿਸੇ ਬਜ਼ੁਰਗ ਬਾਰੇ ਨਿਰਾਦਰੀ ਦੇ ਬਚਨ ਸੁਣਨੇ ਗਿੱਝ ਜਾਣ ਤਾਂ ਉਸ ਬਜ਼ੁਰਗ ਦਾ ਸਤਿਕਾਰ ਮਨ ਵਿੱਚੋਂ ਮਿਟਦਾ ਜਾਂਦਾ ਹੈ। ਜੇ ਸਿੱਖ ਦੇ ਹਿਰਦੇ ਵਿੱਚ ਗੁਰੂ ਵਾਸਤੇ ਸਤਿਕਾਰ ਨਾ ਰਹੇ ਤਾਂ ਗੁਰੂ ਦੇ ਉਪਦੇਸ਼ ਅਤੇ ਗੁਰੂ ਦੇ ਜੀਵਨ ਤੋਂ ਸਿੱਖ ਕੋਈ ਲਾਭ ਨਹੀਂ ਉਠਾ ਸਕਦਾ। ਕੁਦਰਤ ਦਾ ਇਹ ਇੱਕ ਅਟਲ ਨਿਯਮ ਹੈ। ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਮਿਲੀ ਹੋਈ ਇਹ ਸਿੱਖਿਆ ਸਿੱਖ ਵਾਸਤੇ ਸਦਾ ਚਾਨਣ ਮੁਨਾਰਾ ਬਣੀ ਰਹੇਗੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਮੰਗਤਾ ਫਕੀਰ ਗੋਇੰਦਵਾਲ ਵਿੱਚ ਰਹਿੰਦਾ ਸੀ। ਜਦ ਕਦੇ ਉਹ ਆਟਾ ਆਦਿਕ ਮੰਗਣ ਲਈ ਗੁਰੂ ਦਰ ਤੇ ਆਉਂਦਾ ਸੀ ਤਾਂ ਸਿੱਖਾਂ ਨੂੰ ਸੁਣਾ ਕੇ ਸਤਿਗੁਰੂ ਜੀ ਦੀ ਸ਼ਾਨ ਵਿੱਚ ਕਬੋਲ ਬੋਲਦਾ ਸੀ। ਜੇ ਕੋਈ ਸਿੱਖ ਅੱਗੋਂ ਉਸ ਫਕੀਰ ਨਾਲ ਗਾਲ ਮੰਦਾ ਹੋਣ ਲੱਗੇ ਤਾਂ ਗੁਰੂ ਅਮਰਦਾਸ ਜੀ ਵਰਜਦਿਆ ਕਰਦੇ ਸਨ। ਆਖਰ ਖਰਵੇਪਨ ਦਾ ਇਲਾਜ ਖਰਵਾਪਨ ਤਾਂ ਹੈ ਹੀ ਨਹੀਂ। ਗੁਰੂ ਰਾਮਦਾਸ ਜੀ ਉਸ ਫਕੀਰ ਨੂੰ ਬੜੇ ਪਿਆਰ ਨਾਲ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉਹ ਫਿਰ ਵੀ ਨਾ ਟਲਿਆ। ਟਲਦਾ ਵੀ ਕਿਵੇਂ? ਗੁਰੂ ਅਮਰਦਾਸ ਜੀ ਦੇ ਲੰਗਰ ਦੀ ਮਰਜ਼ਾਦਾ ਤੋਂ ਖਿਜੇ ਹੋਏ ਜਾਤ ਅਭਿਮਾਨੀਆਂ ਦੀ ਚੁੱਕਣਾ ਸੀ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਸੋਨੇ ਦੇ 2 ਕੜੇ ਦਿੱਤੇ। ਗੁਰੂ ਰਾਮਦਾਸ ਜੀ ਇੱਕ ਕੜਾ ਉਸ ਫਕੀਰ ਨੂੰ ਦੇ ਆਏ ਅਤੇ ਉਸ ਨੂੰ ਸਮਝਾ ਦਿੱਤਾ ਕਿ ਮਹਾਂਪੁਰਖਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਫਕੀਰ 2-4 ਦਿਨਾਂ ਲਈ ਕਬੋਲ ਤੋਂ ਹਟਿਆ ਰਿਹਾ, ਪਰ ਤਪੇ ਅਤੇ ਉਸ ਦੇ ਸਾਥੀ ਬ੍ਰਾਹਮਣਾਂ ਦੀ ਚੁੱਕ ਵਿੱਚ ਆ ਕੇ ਫਿਰ ਉਹੀ ਰਵੱਈਆ ਫੜ ਲਿਆ। ਗੁਰੂ ਰਾਮਦਾਸ ਜੀ ਨੇ ਦੂਜਾ ਕੜਾ ਵੀ ਉਸ ਨੂੰ ਦੇ ਦਿੱਤਾ ਅਤੇ ਉਹ 5-7 ਦਿਨ ਚੁੱਪ ਰਿਹਾ। ਫਿਰ ਉਹੀ ਦੁਰਬਚਨ। ਗੁਰੂ ਰਾਮਦਾਸ ਜੀ ਫਿਰ ਉਸ ਨੂੰ ਕੁਝ ਹੋਰ ਮਾਇਆ ਦੇ ਕੇ ਖਰਵੇ ਬੋਲਾਂ ਤੋਂ ਰੋਕਣ ਲੱਗੇ। ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਸਮਝਾਇਆ ਕਿ ਪੈਰਾਂ ਹੇਠ ਰੁਲਦੇ ਬੰਦਿਆਂ ਵਿੱਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਲਈ ਅਸਾਂ ਲੰਗਰ ਦੀ ਮਰਜ਼ਾਦਾ ਜ਼ਰੂਰ ਜਾਰੀ ਰੱਖਣੀ ਹੈ। ਉੱਚ ਜਾਤੀ ਵਾਲਿਆਂ ਨੇ ਵੀ ਆਪਣੀ ਹਰਦੀ ਬਾਜੀ ਵੇਖ ਕੇ ਜ਼ੋਰ ਲਾਉਣਾ ਹੈ ਅਤੇ ਇਸ ਭੁੱਲਣ ਮੰਗਤੇ ਵਰਗੇ ਕਈ ਬੰਦੇ ਪ੍ਰੇਰਨੇ ਹਨ ਜੋ ਸਾਨੂੰ ਖਰਵੇ ਬੋਲ ਬੋਲਣ, ਪਰ ਸਾਡਾ ਵਿਗਾੜ ਕਰਨ ਦੇ ਥਾਂ ਇਹ ਫਕੀਰ ਸਾਡੀ ਸਹਾਇਤਾ ਕਰ ਰਿਹਾ ਹੈ। ਸਾਨੂੰ ਜਾਚ ਸਿਖਾ ਰਿਹਾ ਹੈ ਕਿ ਅਸੀਂ ਹੱਸਦੇ ਮੱਥੇ ਖਰਵਾਪਨ ਸਹਾਰੀਏ ਅਤੇ ਖਿੱਝ ਤੋਂ ਬਚੇ ਰਹੀਏ। ਬ੍ਰਾਹਮਣ ਦੇ ਰਸੂਖ ਉੱਤੇ ਕਾਰੀ ਚੋਟ। ਹਰੇਕ ਹਿੰਦੂ ਘਰਾਣੇ ਦੇ ਸਾਧਾਰਨ ਰੋਜ਼ਾਨਾ ਜੀਵਨ ਵਿੱਚ ਕਈ ਐਸੇ ਸਮੇਂ ਆਉਂਦੇ ਹਨ ਜਦੋਂ ਬ੍ਰਾਹਮਣ ਦੀ ਸੇਵਾ ਪੂਜਾ ਤੋਂ ਬਿਨਾਂ ਸਰ ਨਹੀਂ ਆਉਂਦੀ। ਸ਼ਾਸਤਰਾਂ ਦੀ ਦੱਸੀ ਮਰਜ਼ਾਦਾ ਅਨੁਸਾਰ ਉਹਨਾਂ ਸਮਿਆਂ ਤੇ ਘਰਾਣਿਆਂ ਦੇ ਬ੍ਰਾਹਮਣਾਂ ਨੇ ਆ ਕੇ ਹੀ ਭਾਈਚਾਰਕ ਰਸਮਾਂ ਸਿਰੇ ਚੜਾਉਣੀਆਂ ਹੁੰਦੀਆਂ ਹਨ। ਅਜਿਹੇ ਮੋਟੇ ਉੱਘੇ 4 ਸਮੇਂ ਆਉਂਦੇ ਹਨ। ਨੰਬਰ 1, ਘਰ ਵਿੱਚ ਬੱਚੇ ਬੱਚੀ ਦਾ ਜੰਮਣਾ। ਨੰਬਰ 2, ਜਨੇਊ। ਨੰਬਰ 3, ਵਿਆਹ। ਤੇ ਨੰਬਰ 4, ਮਿਰਤਕ ਸੰਸਕਾਰ, ਪਿੰਡ ਭਰਾਣੇ, ਕਿਰਿਆ, ਫੁੱਲ, ਹਰਦੁਆਰ ਤਾਰਨੇ ਆਦਿ। ਨੰਬਰ 1, ਜਦੋਂ ਕਿਸੇ ਹਿੰਦੂ ਘਰ ਵਿੱਚ ਕੋਈ ਬਾਲ ਜੰਮੇ ਤਾਂ 13 ਦਿਨਾਂ ਲਈ ਘਰ ਵਿੱਚ ਸੂਤਕ ਦੀ ਅਪਵਿੱਤਰਤਾ ਹੋ ਜਾਂਦੀ ਹੈ। 13ਵੇਂ ਦਿਨ ਪ੍ਰਸੂਤਾ ਇਸਤਰੀ ਚੌਂਕੇ ਚੜ੍ਹਦੀ ਹੈ। ਉਸ ਦਿਨ ਜ਼ਰੂਰੀ ਹੈ ਕਿ ਘਰ ਦੇ ਬ੍ਰਾਹਮਣ ਜਾਂ ਬ੍ਰਾਹਮਣੀ ਨੂੰ ਭੋਜਨ ਖਵਾਇਆ ਜਾਏ। ਨੰਬਰ 2, ਕੁਦਰਤੀ ਜਨਮ ਤੋਂ ਇਲਾਵਾ ਹਰੇਕ ਹਿੰਦੂ ਨੂੰ ਖਾਸ ਉਮਰੇ ਧਾਰਮਿਕ ਮੰਡਲ ਵਿੱਚ ਵੀ ਜਨਮ ਲੈਣਾ ਪੈਂਦਾ ਹੈ, ਜਨੇਊ ਪਾਉਣਾ ਪੈਂਦਾ। ਇਹ ਜਨੇਊ ਦੀ ਮਰਜ਼ਾਦਾ ਬ੍ਰਾਹਮਣ, ਖੱਤਰੀ ਅਤੇ ਵੈਸ਼ ਵਾਸਤੇ ਜ਼ਰੂਰੀ ਹੈ। ਸ਼ੂਦਰ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਹੈ। ਜਨੇਊ ਪਾਉਣ ਸਮੇਂ ਘਰ ਦੇ ਪੁਰੋਹਿਤ ਦੀ ਸੇਵਾ ਪੂਜਾ ਜ਼ਰੂਰੀ ਹੈ, ਉਹੀ ਜਨੇਊ ਪਵਾ ਸਕਦਾ ਹੈ। ਨੰਬਰ 3, ਵਿਆਹ ਦੀ ਮਰਜ਼ਾਦਾ ਵੀ ਬ੍ਰਾਹਮਣ ਦੇ ਵਸੀਲੇ ਤੋਂ ਬਿਨਾਂ ਹਿੰਦੂ ਘਰਾਂ ਵਿੱਚ ਕੀਤੀ ਨਹੀਂ ਜਾ ਸਕਦੀ। ਨੰਬਰ 4, ਮਿਰਤਕ ਸੰਸਕਾਰ। ਜਦੋਂ ਕੋਈ ਹਿੰਦੂ ਪ੍ਰਾਣੀ ਮਰਦਾ ਹੈ ਤਾਂ ਉਸ ਦੇ ਸਰੀਰ ਦਾ ਸੰਸਕਾਰ
ਦਸੀਂ ਦਿਨੀ ਕਿਰਿਆ, ਉਸ ਦੇ ਫੁੱਲ ਹਰਿਦੁਆਰ ਗੰਗਾ ਵਿੱਚ ਪਾਣੇ, ਇਹ ਕੋਈ ਵੀ ਮਰਜ਼ਾਦਾ ਬ੍ਰਾਹਮਣ ਦੀ ਸਹਾਇਤਾ ਤੋਂ ਬਿਨਾਂ ਨਹੀਂ ਹੋ ਸਕਦੀ। ਜੇ ਕੋਈ ਹਿੰਦੂ ਇਹਨਾਂ ਵਿੱਚੋਂ ਕਿਸੇ ਮਰਜ਼ਾਦਾ ਦਾ ਉਲੰਘਣ ਕਰ ਬਹੇ ਤਾਂ ਉਸ ਨੂੰ ਤੁਰੰਤ ਬਰਾਦਰੀ ਨਾਲੋਂ ਨਿਖੇੜ ਦਿੱਤਾ ਜਾਂਦਾ ਹੈ। ਉਸ ਨਾਲ ਖਾਣ ਪੀਣ ਦੀ ਵਰਤੋਂ ਬੰਦ ਕਰ ਦਿੱਤੀ ਜਾਂਦੀ। ਮਰਨੇ ਪਰਨੇ ਤੇ ਕੋਈ ਹਿੰਦੂ ਭਰਾ ਉਸ ਨਾਲ ਭਾਈਚਾਰਕ ਸਾਂਝ ਨਹੀਂ ਰੱਖ ਸਕੇਗਾ। ਇਹਨਾਂ ਬੰਦਸ਼ਾਂ ਦੇ ਆਸਰੇ ਹੀ ਤਾਂ ਹਿੰਦੂ ਕੌਮ ਦੇ ਸਿਰੋਂ ਬ੍ਰਾਹਮਣ ਦੀ ਬੇਫਿਕਰ ਰੋਜ਼ੀ ਬਣੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਹਿੰਦੂ ਜਨਤਾ ਦੇ ਮੋਢਿਆਂ ਤੋਂ ਗੁਲਾਮੀ ਦਾ ਇਹ ਜੂਲਾ ਉਤਾਰਨਾ ਸ਼ੁਰੂ ਕਰ ਦਿੱਤਾ। ਜਦੋਂ ਮਾਪਿਆਂ ਨੇ ਉਹਨਾਂ ਨੂੰ ਜਨੇਊ ਪਵਾਉਣ ਦੀ ਕੋਸ਼ਿਸ਼ ਕੀਤੀ, ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ। ਸੂਤਕ ਦੇ ਭਰਮ ਜਾਲ ਨੂੰ ਵੀ ਖੁੱਲ੍ਹੇ ਲਫ਼ਜ਼ਾਂ ਵਿੱਚ ਤੋੜਿਆ ਕਿ ਜੇ ਜੰਮਣ ਮਰਨ ਦੇ ਵਹਿਮ ਕੀਤੇ ਗਏ ਤਾਂ ਹਰੇਕ ਘਰ ਵਿੱਚ ਹਰ ਵੇਲੇ ਹੀ ਸੂਤਕ ਪਿਆ ਰਹਿੰਦਾ ਹੈ, ਕਿਉਂਕਿ ਹੋਰ ਤਾਂ ਹੋਰ ਹਰ ਵੇਲੇ ਦੀ ਵਰਤਣ ਵਾਲੀ ਸ਼ੈ ਪਾਣੀ ਵਿੱਚ ਵੀ ਅਨੇਕਾਂ ਜੀ ਜੰਤ ਹਨ। ਮਿਰਤਕ ਸੰਸਕਾਰ ਦੀਆਂ ਬੰਦਸ਼ਾਂ ਵੱਲੋਂ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਆਜ਼ਾਦ ਕਰ ਦਿੱਤਾ ਅਤੇ ਆਖਿਆ ਕਿ ਮਰਦੇ ਪ੍ਰਾਣੀ ਦੀ ਤਲੀ ਉੱਤੇ ਦੀਵਾ ਜਗਾਉਣਾ, ਪਿੰਡ ਭਰਾਣੇ, ਕਿਰਿਆ ਕਰਨੀ, ਉਸ ਦੇ ਫੁੱਲ ਹਰਿਦੁਆਰ ਲੈ ਜਾਣੇ, ਅਜਿਹੀ ਕਿਸੇ ਮਰਜ਼ਾਦਾ ਦੀ ਸਿੱਖ ਨੂੰ ਲੋੜ ਨਹੀਂ ਹੈ। ਸਤ ਸੰਗ ਕਰੋ, ਬਾਣੀ ਪੜ੍ਹੋ ਅਤੇ ਪ੍ਰਭੂ ਚਰਨਾਂ ਵਿੱਚ ਅਰਦਾਸ ਕਰੋ। ਕਿਸੇ ਖਾਸ ਸ਼੍ਰੇਣੀ ਦੇ ਮਨੁੱਖ ਦਾ ਕੋਈ ਠੇਕਾ ਨਹੀਂ ਹੈ। ਹਰੇਕ ਸਿੱਖ ਆਪ ਹੀ ਇਹ ਸਾਰੇ ਉਦਮ ਕਰ ਸਕਦਾ ਹੈ। ਵਿਆਹ ਵੇਲੇ ਦੀ ਬ੍ਰਾਹਮਣ ਦੀ ਮੁਹਤਾਜੀ ਗੁਰੂ ਰਾਮਦਾਸ ਜੀ ਨੇ ਦੂਰ ਕਰ ਦਿੱਤੀ। ਵਿਆਹ ਵੇਲੇ ਜਿਹੜੀਆਂ 4 ਲਾਵਾਂ ਵੇਦੀ ਗੱਡ ਕੇ ਬ੍ਰਾਹਮਣ ਆ ਕੇ ਕਰਾਂਦਾ ਸੀ ਅਤੇ ਵੇਦ ਮੰਤਰ ਆਦਿਕ ਪੜ੍ਹਦਾ ਸੀ, ਉਹ 4 ਲਾਵਾਂ ਪੜ੍ਹਨ ਦਾ ਅਧਿਕਾਰ ਗੁਰੂ ਰਾਮਦਾਸ ਜੀ ਨੇ ਹਰੇਕ ਸਿੱਖ ਨੂੰ ਦੇ ਦਿੱਤਾ। ਸੂਹੀ ਰਾਗ ਵਿੱਚ ਉਹਨਾਂ ਇੱਕ ਸ਼ੰਤ 4 ਪੌੜੀਆਂ ਵਾਲਾ ਲਿਖ ਦਿੱਤਾ, ਜੋ ਵਿਆਹਾਂ ਸਮੇਂ ਸਿੱਖ ਪੜ੍ਹਦੇ ਹਨ ਅਤੇ ਕਿਸੇ ਗੱਲੋਂ ਬ੍ਰਾਹਮਣ ਦੇ ਮੁਹਤਾਜ ਨਹੀਂ ਰਹਿੰਦੇ। ਇਸ ਤਰ੍ਹਾਂ ਸਹਿਜੇ ਸਹਿਜੇ ਸਿੱਖ ਜਨਤਾ ਬ੍ਰਾਹਮਣ ਦੇ ਜੂਲੇ ਹੇਠੋਂ ਨਿਕਲਦੀ ਗਈ ਅਤੇ ਸਿੱਖ ਧਰਮ ਹਿੰਦੂ ਰਸਮਾਂ ਰੀਤਾਂ ਤੋਂ ਵੱਖਰਾ ਹੁੰਦਾ ਗਿਆ। ਲੇਖਕ ਪ੍ਰੋਫੈਸਰ ਸਾਹਿਬ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਬਾਕੀ ਗੁਰੂ ਸਾਹਿਬਾਨ ਦਾ ਜੀਵਨ ਬਰਤਾਂਤ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।